ਡਿਠੇ ਸਭੇ ਥਾਵ। ਸੱਚੇ ਪਾਤਸ਼ਾਹ ਮੈਂ ਪਵਿੱਤਰ ਕਿਵੇਂ ਹੋਵਾਂ? ਤਾਂ ਮਹਾਰਾਜ ਕਹਿੰਦੇ ਅੰਮ੍ਰਿਤਸਰ ਸਾਹਿਬ ਨਹਾ ਕੇ ਹਰ ਹਾਂ ਵਿਸ਼ਿਆਂ ਦੀ ਮੈਲ ਨੂੰ ਧੋਣਾ ਕਰ ਪਵਿੱਤਰ ਹੋ। ਇਸ ਪ੍ਰਕਾਰ ਬਚਨ ਕਰਦੇ ਹਨ। ਡਿਠੇ ਸਭੇ ਥਾਵ। ਦੇਖੇ ਅਸੀਂ ਸਾਰਿਆਂ ਥਾਵਾਂ ਨੂੰ ਵੇਖ ਕੇ, ਨਹੀਂ ਤੁਧ ਜਿਹਾ। ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਜੈਸਾ ਆਪ ਹਰਿਮੰਦਰ ਸਾਹਿਬ ਵਿੱਚ ਸਜ ਰਹੇ ਹੋ, ਇਹੋ ਜਿਹਾ ਕੋਈ ਵੀ ਨਹੀਂ ਕਿਸੇ ਥਾਂ ਵੀ। ਬਦਹੁ ਪੁਰਖ ਵਿਧਾਤਾ। ਇਹ ਪੁਰਖ ਵਿਧਾਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਇੱਥੇ ਬਾਬੇ ਬੁੱਢੇ ਸਾਹਿਬ ਦੀ ਬੇਰ ਹੈ। ਅਕਾਲੀ ਲਹਿਰ ਤੋਂ ਪਹਿਲਾਂ ਇੱਥੇ ਮੰਜੀ ਸਾਹਿਬ ਨਾਲ ਹੁੰਦਾ ਸੀ। ਸਤਿਗੁਰੂ ਨਾਨਕ ਦੇਵ ਜੀ ਜਦੋਂ ਕਰਤਾਰਪੁਰੋਂ ਤੁਰੇ ਹੈ ਉਦੋਂ ਇੱਥੇ ਆਏ ਹੈ, ਤੇ ਗੁਰੂ ਅੰਗਦ ਸਾਹਿਬ ਖੰਡੂਰ ਸਾਹਿਬ ਤੋਂ ਤੁਰ ਕੇ ਇੱਥੇ ਮਹਾਰਾਜ ਨੂੰ ਮਿਲੇ ਹੈ। ਇਹ ਉਹ ਜਗ੍ਹਾ ਹੈ ਸਤਿਗੁਰੂ ਨਾਨਕ ਦੇ ਆਉਣ ਵਾਲੀ। ਉੱਥੇ ਭਾਈ ਬੁੱਢਾ ਸਾਹਿਬ ਜੀ ਉਸ ਬੇਰ ਸਾਹਿਬ ਵਾਲੀ ਕਾਰ ਸੇਵਾ ਕਰਦੇ ਰਹੇ ਹਨ। ਇਸ ਪ੍ਰਕਾਰ ਤੇ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਵੀ ਜਿਸ ਵਕਤ ਗੋਇੰਦਵਾਲ ਸਾਹਿਬ ਤੋਂ ਗੁਰੂ ਰਾਮਦਾਸ ਨੂੰ ਮਹਾਰਾਜ ਦੱਸਣ ਵਾਸਤੇ ਆਏ ਹੈ, ਉਹ ਦੁੱਖ ਭੰਜਣੀ ਬੇਰੀ ਵਾਲਾ ਥਾਂ ਹੈ। ਇੱਥੇ ਸ੍ਰੀ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਆ ਕੇ ਚਰਨ ਪਾਏ ਹੈ। ਇਹ ਭਾਈ ਬਾਬਾ ਸ਼ਾਮ ਸਿੰਘ ਜਿਹੜੇ ਬਿਰਧ ਹੋਏ ਹੈ, ਉਹਨਾਂ ਲਿਖਤ ਦੀਆਂ ਪ੍ਰੇਮ ਪਰਚੀਆਂ ਹੈ, ਉਹਦੇ 'ਚ ਪ੍ਰਸੰਗ ਲਿਖਿਆ ਹੋਇਆ ਹੈ। ਉਹਨਾਂ ਲਿਖਿਆ ਭਾਈ ਇਹ ਸਾਡੀ ਲਿਖਤ ਛਾਪੇ 'ਚ ਨਾ ਆਵੇ। ਹੁਣ ਤੱਕ ਨਾਨਕ ਪ੍ਰਕਾਸ਼ ਜਿੱਡੀ ਉਹ ਪੋਥੀ ਹੈ ਛਾਪੇ 'ਚ ਨਹੀਂ ਲਿਖਤ, ਉਹ ਦਾਸਨ ਪੜ੍ਹੀ ਹੈ। ਇਸ ਪ੍ਰਕਾਰ ਸਤਿਗੁਰਾਂ ਦਾ ਆਗਮਨ ਉੱਥੇ ਲਿਖਿਆ ਹੈ 6ਵੇਂ ਸਰੂਪ ਵਿੱਚ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉੱਥੇ 5ਵੇਂ ਸਰੂਪ ਵਿੱਚ ਤਾਂ ਸਰੋਵਰ ਦੀ ਸੇਵਾ ਕਰਾਈ ਹੈ। ਅਕਾਲ ਤਖਤ 6ਵੇਂ ਸਰੂਪ 'ਚ ਰਚਿਆ ਹੈ। 7ਵੇਂ ਪਾਤਸ਼ਾਹ ਕੀਰਤਪੁਰ ਵਿੱਚ ਜਨਮ ਹੋਇਆ। ਬਾਬੇ ਗੁਰਦੁੱਤੇ ਦੇ ਨਾਲ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਵਾਸਤੇ ਗੋਦੀ ਵਿੱਚ ਜਦੋਂ ਸਨ, ਇੱਥੇ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਪੁੱਜੇ ਹੈ। ਅਤੇ 8ਵੇਂ ਪਾਤਸ਼ਾਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਬਾਲਕ ਅਵਸਥਾ ਦੇ ਵਿੱਚ ਕੀਰਤਪੁਰ ਸਾਹਿਬ ਤੋਂ ਆਪ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪੁੱਜਣਾ ਬਾਬੇ ਸ਼ਾਮ ਸਿੰਘ ਲਿਖਿਆ ਹੈ। ਅਤੇ 9ਵੇਂ ਪਾਤਸ਼ਾਹ ਦਾ ਅਵਤਾਰ ਹੀ ਉੱਥੇ ਹੋਇਆ। ਕਿਉਂ 9 ਸਤਿਗੁਰਾਂ ਦੇ ਉੱਥੇ ਚਰਨ ਪਏ ਹਨ ਸਾਧ ਸੰਗਤ ਜੀ। ਐਸਾ ਬੱਧੋ ਪੁਰਖ ਵਿਧਾਤੇ, ਵਿਧਾਤੇ ਅਕਾਲ ਪੁਰਖ ਨੇ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਆਪ ਬੰਨਣਾ ਕੀਤਾ ਹੈ। ਹਰ ਕੀ ਪੌੜੀ ਵਾਲੇ ਥਾਂ ਜਦੋਂ ਬਚਨ ਕੀਤੇ ਸੰਤਾਂ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ, ਆਪ ਟੋਕਰੀ ਚੱਕੀ ਹੈ। ਮਹਾਰਾਜ ਸਾਹਿਬ ਨੇ ਆ ਕੇ ਸਾਰੇ ਸਰੂਪ ਸੁਜੋਜੋ ਸ਼ਲੋਕ ਸਮੀਪ ਮੁਕਤੀ ਵਾਲੇ ਭਗਤ ਵੀ ਆਏ ਹੈ, ਸਾਰੇ ਦੇਵਤੇ ਵੀ ਆਏ ਹਨ। ਸਭਨਾਂ ਨੂੰ ਕਾਰ ਕੀਤੀ ਸਿੱਖਾਂ ਦਾ ਰੂਪ ਧਾਰ ਕੇ। ਤਾਂ ਤੂੰ ਸੋਹਿਆ। ਹੇ ਮਹਾਰਾਜ ਅੰਮ੍ਰਿਤਸਰ ਸਾਹਿਬ ਤਾਂ ਤੂੰ ਸੋਭਨੀਕ ਹੈ। ਇੰਨਿਆਂ ਦੇ ਚਰਨ ਪਏ ਹਨ। ਸਤਿਯੁਗ ਤੋਂ ਲਾ ਕੇ ਖਵਾਕੂ ਰਾਜੇ ਨੇ ਇਹ ਪਹਿਲਾਂ ਜੱਗ ਕੀਤਾ ਸੀ। ਸਾਰਿਆਂ ਦੇਵਤਿਆਂ ਨੂੰ ਅਕਾਲ ਤਖਤ ਆਏ ਤਾਂ ਵਿਸ਼ਨੂੰ ਭਗਵਾਨ ਜੀ ਬੈਠੇ ਸਨ। ਇਸ ਪ੍ਰਕਾਰ ਸਾਰੇ ਜਿੱਥੇ ਬ੍ਰਹਮ ਬੂਟਾ ਹੈ ਉੱਥੇ ਸ਼ਿਵ ਜੀ ਬੈਠੇ ਸਨ। ਇਉਂ ਸਾਰਿਆਂ ਦੇਵਤਿਆਂ ਦਾ ਆਗਮਨ ਹਵਨ ਕੁੰਡ ਦੇ ਉਦਾਲੇ। ਇਹ ਕੁੰਡ ਜਿੰਨਾ ਥਾਂ ਸੀ ਜਿਹੜਾ ਸਰੋਵਰ ਹੈ। ਇਸ ਪ੍ਰਕਾਰ ਸਤਿਯੁਗ ਦੇ ਵਿੱਚ ਖਵਾਕ ਸਰ ਸੀ। ਫਿਰ ਰਾਮਚੰਦਰ ਜੀ ਜਦੋਂ ਆਏ ਹਨ ਲਹੂ ਕੁਸੂ ਨਾਲ ਜੰਗ ਕਰਕੇ ਰਾਮ ਤੀਰਥ ਤੋਂ, ਉਹ ਵੀ ਇੱਥੇ ਇਸ਼ਨਾਨ ਕੀਤਾ। ਉਦੋਂ ਰਾਮਸਰ ਇਸ ਦਾ ਨਾਮ ਸੀ। ਜਦੋਂ ਕ੍ਰਿਸ਼ਨ ਭਗਵਾਨ ਜੀ ਇੱਥੇ ਆਏ ਹੈ ਉਦੋਂ ਇਹ ਨਾਮ ਸੁਦਾਸਰ ਸੀ। ਹੁਣ ਸਤਿਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਨਾਮ ਤੀਰਥ ਪ੍ਰਗਟ ਕੀਤਾ। ਇਉਂ ਸਾਧ ਸੰਗਤ ਜੀ ਤੇ ਕਲਕੀ ਅਵਤਾਰ ਵੀ ਅੰਤ ਦੇ ਵੇਲੇ ਇੱਥੇ ਆਵੇਗਾ। ਇਹ ਜ਼ਿਕਰ ਸੌਸਾਖੀ 'ਚ ਲਿਖਿਆ ਹੋਇਆ ਸਾਧ ਸੰਗਤ ਜੀ। ਇਸ ਪ੍ਰਕਾਰ ਇਹ ਤੀਰਥ ਹੈ ਗੁਰੂ ਸਾਹਿਬ ਦਾ ਰਾਜ ਤੀਰਥ ਹੈ। ਤਾਂ ਤੂੰ ਸੋਹਿਆ। ਤਾਂ ਤੂੰ ਅੰਮ੍ਰਿਤਸਰ ਸਾਹਿਬ ਜੀ ਸੋਹਣੀਕ ਹੋ ਰਿਹਾ ਹੈ। ਮਸਤਕ ਹੋਵੇ ਭਾ ਵਸਦੀ ਸਗਨ ਅਪਾਰ। ਇੱਥੇ ਬੜੀ ਸੰਘਣੀ ਪਾਰਾਵਾਰ ਤੋਂ ਰਹਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬਸਤੀ ਹੈ। ਅਨੂਪ ਰਾਮਦਾਸ ਉਪਮਾ ਤੋਂ ਰਹਿ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਪੁਰੀ ਇਹ ਅੰਮ੍ਰਿਤਸਰ ਸਾਹਿਬ। ਹਰਹਾ ਨਾਨਕ ਕਸਮਲ ਜਾ। ਫਿਰ ਸਖੀ ਗੁਰੂ ਸਾਹਿਬ ਜੀ ਕਹਿੰਦੇ ਉਹ ਸਾਰੇ ਪਾਪ ਜਿਹੜੇ ਕਸ਼ਟ ਦੇਣ ਵਾਲੇ ਮਲ ਰੂਪ ਹੈ ਉਹ ਸਾਰੇ ਚਲੇ ਜਾਂਦੇ ਹਨ। ਨਾਇ ਰਾਮਦਾਸ ਸਰ। ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਸਰੋਵਰ ਦੁੱਖ ਭੰਜਣੀ ਬੇਰੀ ਵਾਲਾ ਰਾਮਦਾਸ ਸਰ, ਰਾਮਸਰ ਤੀਰਥ ਤਾਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੀ ਬੀੜ ਤਿਆਰ ਕੀਤੀ ਉਹ ਹੈ। ਤੇ ਰਾਮਦਾਸ ਸਰ ਅੰਮ੍ਰਿਤਸਰ ਸਾਹਿਬ ਦਾ ਨਾਮ ਹਰਿਮੰਦਰ ਸਾਹਿਬ ਵਾਲੇ ਦਾ। ਇਹ 'ਚ ਇਸ਼ਨਾਨ ਕਰਨੇ ਕਰਕੇ ਸਾਰੇ ਪਾਪ ਮਿਟ ਜਾਂਦੇ ਹਨ। ਜੋ ਆਦਮੀ ਅੱਗੇ ਵਾਸਤੇ ਨੇਮ ਕਰ ਦੇਵੇ ਕਿ ਮੈਂ ਪਾਪ ਨਹੀਂ ਕਰਾਂਗਾ, ਉਹਦੇ ਪਾਪ ਸਾਰੇ ਮਹਾਰਾਜ ਮੀਟ ਦਿੰਦੇ ਹਨ। ਐਸਾ ਤੀਰਥ ਮਹਾਰਾਜ ਸਾਹਿਬ ਰਚਿਆ ਹੈ।
ਜਿੱਥੇ ਕੋੜੀ ਵੀ ਰਾਜੀ ਹੋ ਜਾਂਦੇ ਹਨ ਸਾਧ ਸੰਗਤ ਜੀ। ਇਸੇ ਪ੍ਰਕਾਰ ਇਹ ਕੋੜੀ ਤਾਂ ਪਿੰਗਲਾ ਜਿਹੜਾ ਸੀ ਪੱਟੀ ਵਾਲੇ ਰਾਜੇ ਦਾ ਜਵਾਈ, ਉਹ ਤਾਂ ਰਾਜੀ ਹੋਇਆ ਸੀ ਕਾਂ ਹੰਸ ਬਣੇ ਹੋਏ ਵੇਖ ਕੇ। ਇਸੇ ਪ੍ਰਕਾਰ ਕੱਥੂ ਨਾਵੇਂ ਸਾਧ ਸੰਗਤ ਜੀ ਇੱਕ ਤੇਲੀ ਸੀ ਅੰਮ੍ਰਿਤਸਰ ਦਾ, ਉਹ ਬਾਹਲੀ ਸ਼ਰਾਬ ਪੀਂਦਾ ਸੀ, ਬਾਹਲੀ ਆਮਦਨ ਕਰਕੇ ਉਹਨੂੰ ਕੋੜ ਹੋ ਗਿਆ ਸੀ। ਇਹ ਅਕਾਲੀ ਲਹਿਰ ਵੇਲੇ ਦੀ ਗੱਲ ਹੀ ਹੈ। ਉਹਨੂੰ ਕੋੜ ਹੋਣ ਤੋਂ ਸਾਧ ਸੰਗਤ ਜੀ ਉਹ ਨਹਿਰ 'ਚ ਡੁੱਬਣ ਵਾਸਤੇ ਚੱਲਿਆ। ਇੱਕ ਮਹਾਤਮਾ ਉਹਨਾਂ ਨੂੰ ਮਿਲ ਗਏ, ਉਹ ਕਹਿਣ ਲੱਗੇ ਕਿਉਂ ਡੁੱਬਦਾ ਹੈ? ਕਿ ਜੀ ਮੇਰੇ ਕੋੜ ਹੋ ਗਿਆ। ਕਹਿੰਦੇ ਦੁੱਖ ਭੰਜਨੀ ਬੇਰੀ 'ਚ ਇਸ਼ਨਾਨ ਤਾਂ ਕਰ ਲੈ। ਜਦੋਂ ਉਹਨੇ ਆ ਕੇ ਇਸ਼ਨਾਨ ਕੀਤਾ ਉਹਦੇ ਸਾਰੇ ਜ਼ਖਮ ਸੁੱਕ ਗਏ। ਦੂਜੇ ਦਿਨ ਨਹਾਤਾ ਖਰੀਂਦ ਆ ਗਏ, ਤੀਜੇ ਦਿਨ ਨਹਾਤਾ ਸਾਧ ਸੰਗਤ ਜੀ ਅੰਗੂਰ ਆਉਣ ਲੱਗ ਗਏ। ਐਂ ਇਸ਼ਨਾਨ ਕਰਕੇ ਉਹ ਫਿਰ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ 500 ਰੁਪਏ ਦੀ ਦੇਖ ਕਰਾਈ ਸੀ ਸਾਧ ਸੰਗਤ ਜੀ। ਇਸ ਖੁਸ਼ੀ ਵਿੱਚ ਇਉਂ ਮਹਾਰਾਜ ਸਾਹਿਬ ਦੇ ਸਾਰੇ ਪਾਪ ਮਿਟਣ ਵਾਲਾ ਸਰੋਵਰ ਹੈ। ਇਸ਼ਨਾਨ ਕਰਨੇ ਕਰਕੇ ਕਿਸੇ ਜਾਤ ਵਾਲਾ ਹੋਵੇ ਜੋ ਵੀ ਕਰੇਗਾ ਉਹਦੇ ਸਾਰੇ ਦੁਸ਼ਮਣ ਮਿਟ ਜਾਂਦੇ ਹਨ। ਨਾਇਆ ਰਾਮਦਾਸ ਸਰ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਅੰਮ੍ਰਿਤਸਰ 'ਚ ਇਸ਼ਨਾਨ ਕਰਨੇ ਕਰਕੇ ਇਸੇ ਪ੍ਰਕਾਰ ਡਿੱਠੇ ਸਭੇ ਥਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਰਾਮਦਾਸ ਸਰ ਹੈ। ਹਾਂਜੀ, ਇਹ ਡਿੱਠੇ ਆ ਸਾਰੇ ਥਾਵਾਂ ਦੇ ਤਾਈ ਨਹੀਂ ਤੁਧ ਜੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੈਸਾ ਕੋਈ ਨਹੀਂ ਹੈ। ਬਦਹੁ ਪੁਰਖ ਵਿਧਾਤਾ ਇਹ ਵਿਧਾਤੇ ਪੁਰਖ ਸਤਿਗੁਰੂ ਅਕਾਲ ਪੁਰਖ ਨੇ ਆਪ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਬੰਨਣਾ ਕੀਤਾ ਹੈ। ਤਾਂ ਤੂੰ ਤਾਂ ਸੋਹਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਸੋਭਨੀਕ ਹੋ ਰਹੇ ਹੋ। ਬਸਦੀ ਸਗਨ ਅਪਾਰ ਇਹਦੇ ਚ ਭਗਤਾਂ ਦੀਆਂ ਜਿਹੜੀਆਂ ਬਾਣੀਆਂ ਹਨ, ਚਾਹੋ ਸਤਿਗੁਰਾਂ ਦੀਆਂ ਬਾਣੀਆਂ, ਇਹ ਬਸਤੀ ਹੈ ਸੰਘਣੀ ਪਾਰਾਵਾਰ ਤੋਂ ਰਹਿਤ, ਅਨੂਪ ਰਾਮਦਾਸ ਉਪਮਾ ਤੋਂ ਰਹਿਤ। ਗੁਰੂ ਰਾਮਦਾਸ ਸਾਹਿਬ, ਸ੍ਰੀ ਗੁਰੂ ਨਾਨਕ ਦੇਵ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਇਹ ਪੁਰੀ ਹੈ ਬਣੀ ਹੋਈ ਗੁਰੂ ਗ੍ਰੰਥ ਸਾਹਿਬ ਜੀ। ਹਰ ਹਾਂ ਨਾਨਕ ਕਸ ਮਲ ਜਾ ਇਸੇ ਤਰ੍ਹਾਂ ਗੁਰੂ ਰਾਮ ਪਰਮੇਸ਼ਰ ਦੇ ਦਾਸ ਜੋ ਭਗਤ ਹਨ ਉਹਨਾਂ ਦੀ ਭਗਤਾਂ ਦੀ ਬਾਣੀ ਸਮੇਤ ਹਰ ਹਾਂ ਨਾਨਕ ਕਸ ਮਲ ਜਾ। ਸਤਿਗੁਰੂ ਜੀ ਕਹਿੰਦੇ ਨੇ ਹੇ ਸਖੀ ਪਾਪ ਸਾਰੇ ਚਲੇ ਜਾਂਦੇ ਹਨ ਕਸ਼ਟ ਦੇਣ ਵਾਲੇ ਮੈਲ ਰੂਪ। ਨਾਇਆ ਰਾਮਦਾਸ ਸਰ ਜੋ ਗੁਰੂ ਰਾਮਦਾਸ ਸਾਹਿਬ ਦਾ ਸਰੋਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਸੁਣਿਆ ਮੰਨਿਆ ਮਨ ਕੀਤਾ ਭਾਵ। ਇਸ ਤੀਰਥ ਜਿਹੜੇ ਇਸ਼ਨਾਨ ਕਰਦੇ ਹੈ ਉਹਨਾਂ ਦਾ ਗਾਵਤ ਸੁਣਤ ਕਮਾਵਤ ਨਿਹਾਲ ਆਪ ਤਰੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਗੁਰਬਾਣੀ ਲਾਗਾ ਸੋ ਗਤ ਪਾਏ, ਇਹ ਦਾਤ ਪ੍ਰਾਪਤ ਹੁੰਦੀ ਹੈ। ਇਸੇ ਪ੍ਰਕਾਰ ਸਤਸੰਗਤ ਸਮਝਣੀ, ਸਤਸੰਗਤ ਦੀ ਬਾਬਤ ਕਹਿੰਦੇ ਹਨ ਜਿੱਥੇ ਸਭੇ ਥਾਵ ਸਾਰਿਆਂ ਥਾਵਾਂ ਸਥਾਨਾਂ ਨੂੰ ਵੇਖਿਆ ਹੈ। ਨਹੀਂ ਤੁਧ ਜੇ ਇਹ ਸਾਧ ਸੰਗਤ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਕਾਇਮ ਕੀਤਾ ਦੁਨੀਆ ਵਿੱਚ। ਤੁਹਾਡੇ ਜਿੱਤੇ ਨੇ ਕਲਮੋ ਧਰਮ ਚਲਾਇਓ, ਸੌ ਸਾਧਨ ਕੋ ਰਾਹ ਬਤਾਇਓ, ਇੱਕ ਉਤਮ ਪੰਥ ਸੁਨਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਟਾਈ। ਪੁਰਖ ਵਿਧਾਤੇ ਅਕਾਲ ਪੁਰਖ ਨੂੰ ਗੁਰੂ ਨਾਨਕ ਰੂਪ ਧਾਰ ਕੇ ਬੰਨਿਆ ਹੈ, ਕਾਇਮ ਕੀਤਾ ਸੰਗਤ ਨੂੰ। ਬਦਹੁ ਪੁਰਖ ਵਿਧਾਤਾ ਵਿਧਾਤੇ ਕਰਮਾਂ ਅਨੁਸਾਰ ਫਲ ਪ੍ਰਦਾਤੇ ਨੂੰ ਤੁਹਾਨੂੰ ਬੰਨਿਆ ਹੈ, ਕਾਇਮ ਕੀਤਾ ਸੰਗਤ ਨੂੰ। ਸਤਿਗੁਰ ਬਾਝੋਂ ਸੰਗਤ ਨਾ ਹੋਈ, ਤਾਂ ਤੂੰ ਸੋਹਿਆ ਤਾਂ ਇਹ ਸਾਧ ਸੰਗਤ ਤੂੰ ਸੋਭਨੀਕ ਹੋ ਰਹੇ ਹੋ। ਬਸਦੀ ਸਗਨ ਅਪਾਰ ਤੁਹਾਡੇ ਅੰਦਰ ਸ਼ੁਭ ਗੁਣਾਂ ਦੀ ਬਸਤੀ ਹੈ। ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਜਿਹੜੇ ਗੁਣ ਹਨ, ਵਿਰਾਗ ਵੇ ਖੜ ਸੰਮਤੀ ਮੋਖ ਇੱਛਾ ਆਦਿਕ, ਇਹ ਸੰਗਤ ਦੇ ਅੰਦਰ ਬੜੀ ਭਾਰੀ ਸੁੰਦਰ ਬਸਤੀ ਹੈ। ਅਨੂਪ ਰਾਮਦਾਸ ਉਪਮਾ ਤੋਂ ਰਹਿਤ ਰਾਮਦਾਸ ਗੁਰੂ ਦੀ ਪੁਰੀ ਹੈ ਜਿਹੜੀ ਸਤਸੰਗਤ ਇਸ ਵਿੱਚ। ਹਰ ਹਾਂ ਨਾਨਕ ਕਸ ਮਲ ਜਾ। ਫਿਰ ਸਖੀ ਗੁਰੂ ਸਾਹਿਬ ਜੀ ਕਹਿੰਦੇ ਉਹ ਪਾਪ ਚਲੇ ਜਾਂਦੇ ਹਨ। ਨਾਇਆ ਰਾਮਦਾਸ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਰੂਪ ਸਤਸੰਗਤ ਦੇ ਵਿੱਚ ਧੂੜੀ ਕਰ ਇਸ਼ਨਾਨ, ਸਤਸੰਗਤ 'ਚ ਸਰਦਾ ਰੂਪੀ ਧੂੜੇ ਜੋ ਇਸ਼ਨਾਨ ਕਰਦੇ ਹੈ, ਸੁਣਿਆ ਸਰਵਣ ਕਰਦੇ ਆ, ਮੰਨਣ ਕਰਦੇ, ਇਸ਼ਨਾਨ ਕਰਦੇ ਆ, ਉਹਨਾਂ ਦੇ ਸਾਰੇ ਪਾਪ ਚਲੇ ਜਾਂਦੇ ਹਨ। ਇਸੇ ਪ੍ਰਕਾਰ ਮਨੁੱਖਾਂ ਦੇ ਵੀ ਸਾਧ ਸੰਗਤ ਜੀ ਇਹ ਸਰੋਵਰ ਹੈ, ਇਹਦੇ 'ਚ ਗੁਣ ਧਾਰਨ ਕਰਨੇ, ਇਸ ਪ੍ਰਕਾਰ ਇਸ਼ਨਾਨ ਸਮਝਣਾ। ਚਾਤ੍ਰਿਕ ਚਿੱਤ ਸੁਚਿੱਤ ਹੁਣ ਅੱਗੇ ਫਰਮਾਉਂਦੇ ਨੇ ਚਾਤ੍ਰਿਕ ਚਿੱਤ ਸੋ ਚਿੱਤ ਸੋ ਸਾਜਨ ਚਾਹੀਏ। ਜਿਸ ਪ੍ਰਕਾਰ ਜਿਹੜਾ ਚਾਤ੍ਰਿਕ ਬੰਬੀਹਾ ਹੁੰਦਾ ਹੈ ਉਹ ਇਸ ਚਿਤਵਨੀ 'ਚ ਲੱਗਾ ਰਹਿੰਦਾ ਹੈ ਕਿ ਸ੍ਰੇਸ਼ਟ ਚਿਤਵਨੀ ਵਿੱਚ ਕਿ ਸੱਜਣ ਬੱਦਲ ਚਾਹੀਦਾ ਹੈ।
ਉਹਨੂੰ ਚਿੱਤ ਦੇਖਦਾ ਰਹਿੰਦਾ ਬੱਦਲਾਂ ਵਿੱਚ ਬੱਲ। ਸੋ ਸਾਜਨ ਚਾਹੀਐ ਸੱਜਣ ਉਹ ਬੱਦਲ ਚਾਹੀਦਾ, ਵਰਖਾ ਕਰਨ ਵਾਲਾ ਉਹ ਚਾਹੁੰਦਾ ਹੈ। ਜਿਸ ਸੰਗ ਲਾਗੇ ਪ੍ਰਾਣ ਉਹ ਜਿਸ ਸਵਾਂਤੀ ਬੂੰਦ ਨਾਲ ਪ੍ਰਾਣ ਲੱਗੇ ਹੋਏ ਐ ਪਪੀਹੇ ਦੇ, ਤਿਸੈ ਕਉ ਆਹੀਐ ਉਸੇ ਨੂੰ ਭਾਵੇਂ ਬੱਦਲ ਕਿੰਨਾ ਵਰਦਾ ਹੋਵੇ ਉਸੇ ਨੂੰ ਆਹੀਏ ਨਾ ਚਾਹੁੰਦਾ ਰਹਿੰਦਾ ਹੈ। ਬਨ ਬਨ ਫਿਰਤ ਉਦਾਸ ਉਹ ਬਨ ਬਨ ਪਾਣੀਆਂ ਦੇ, ਸਮੁੰਦਰਾਂ ਦੇ, ਦਰਿਆਵਾਂ ਦੇ ਅਤੇ ਨਾਲਿਆਂ ਦੇ ਕਿਨਾਰਿਆਂ ਤੇ ਤੁਰਿਆ ਫਿਰਦਾ, ਉੱਡਿਆ ਪਰ ਉਦਾਸ ਰਹਿੰਦਾ। ਜੇ ਚੁੰਝ ਨਾਲ ਪੀਵੇ, ਗਲ ਦੇ ਵਿੱਚ ਗਲੀ ਹੁੰਦੀ, ਉੱਥੋਂ ਦੀ ਪਾਣੀ ਉਹ ਨਿਕਲ ਜਾਂਦਾ, ਇਹ ਤ੍ਰਿਪਤੀ ਨਹੀਂ ਹੁੰਦੀ ਉਸਦੀ। ਬੂੰਦ ਜਲ ਕਾਰਨ ਉਹ ਸ਼ਾਂਤੀ ਬੂੰਦ ਰੂਪੀ ਜਲ ਦੇ ਕਾਰਨ ਵਾਸਤੇ ਹਰ ਹਾਂ ਤਿਉ ਹਰ ਜਨ ਮੰਗੈ ਇਸ ਪ੍ਰਕਾਰ ਜੇ ਮਬੀਹੇ ਦਾ ਸੁਭਾਅ ਹੁੰਦਾ, ਇਹ ਹਰ ਸਖੀ ਹਰੀ ਦੇ ਜਾਣੇ ਉਹ ਮਹਾਰਾਜ ਦੇ ਨਾਮ ਨੂੰ ਮੰਗਦੇ ਹਨ। ਨਾਨਕ ਬਲਿਹਾਰ ਸਤਿਗੁਰੂ ਸਾਹਿਬ ਤੋਂ ਬਲਿਹਾਰ ਜਾਈਏ। ਗੁਰੂ ਸਾਹਿਬ ਜੀ ਕਹਿੰਦੇ ਨੇ ਇਸੇ ਪ੍ਰਕਾਰ ਚਾਤ੍ਰਿਕ ਚਿੱਤ, ਚਾਤ੍ਰਿਕ ਚਿੱਤ ਸੁਚਿੱਤ ਜਿਗਿਆਸੂਆਂ ਦਾ ਜਿਹੜਾ ਚਿੱਤ ਹੈ ਤਾਂ ਸ਼ਾਂਤੀ ਬੂੰਦ ਦੀ ਇੱਛਾ ਕਰਦੇ ਹਨ। ਉਹ ਸੇਠ ਚਿਤਮਣੀ ਚੇਤਨ ਰੂਪ ਦੀ ਸਿਖਿਆਤਾ ਰੂਪ ਉਹਨਾਂ ਦੇ ਚਿੱਤ ਚਾਤ੍ਰਿਕ ਜਿਗਿਆਸੂਆਂ ਦੇ ਚਿੱਤ ਚਾਹੁੰਦੇ ਹਨ, ਚਿੱਤ ਦੇਖਣ ਨੂੰ ਉਸ ਰੂਪ ਨੂੰ। ਸੋ ਸਾਜਨ ਚਾਹੀਐ ਉਹ ਸੱਜਣ ਬ੍ਰਹਮ ਚੇਤਨ ਰੂਪੀ ਸ਼ਾਂਤੀ ਬੂੰਦ ਜੀਵ ਦੀ ਏਕਤਾ ਰੂਪ ਉਹ ਚਾਹੀਦਾ ਹੈ ਉਹਨਾਂ ਨੂੰ। ਜਿਸ ਸੰਗ ਲਾਗੇ ਪ੍ਰਾਣ ਜਿਸ ਅੰਤਰਜਾਮੀ ਦੇ ਨਾਲ ਪ੍ਰਾਣ ਲੱਗੇ ਹੋਏ ਮਿਲੇ ਹੋਏ ਆ, ਪਿਆਰ ਹੈ, ਤਿਸੈ ਕਉ ਆਹੀਐ ਉਸੇ ਨੂੰ ਆਹੀ ਹੈ, ਉਹ ਚਾਹੁੰਦੇ ਰਹਿੰਦੇ ਕਿ ਉਹੋ ਹੀ ਚਾਹੀਦਾ ਹੈ। ਬਨ ਬਨ ਫਿਰਤ ਉਦਾਸ ਕਿਉਂ ਵੇਦ ਸ਼ਾਸਤਰ ਜਿਹੜੇ ਆ ਸਮੁੰਦਰ ਦੀ ਨਿਆਈ ਗਿਆਨ ਦੇ ਭਰੇ ਹੋਏ, ਇਹਨਾਂ ਸਾਰਿਆਂ ਵਿੱਚ ਉਹ ਪਰਾਮ ਹੀ ਰਹਿੰਦਾ, ਜਿਗਿਆਸੂ ਧਾਰਨ ਨਹੀਂ ਹੋ ਸਕਦਾ। ਬੂੰਦ ਜਲ ਕਾਰਨ ਉਹ ਸਤਿਗੁਰਾਂ ਦੇ ਮੁਖ ਦੁਆਰਾ ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾਂ ਗੁਰ ਮੰਨਿਆ ਤੇ ਨਾ ਭੁੱਖ ਸਭ ਜਾਵੀ। ਸਤਿਗੁਰਾਂ ਦੇ ਮੁਖਾਰਬਿੰਦ ਤੋਂ ਨਿਕਲੇ ਹੋਏ ਅੰਮ੍ਰਿਤ ਰੂਪ ਜਿਹੜੇ ਬਚਨ ਹੈ ਉਹ ਸ਼ਾਂਤੀ ਬੂੰਦ ਹੈ। ਉਸ ਪ੍ਰੇਮ ਦੁਆਰਾ ਉਸ ਜਲ ਉਪਦੇਸ਼ ਜਲ ਦੇ ਵਾਸਤੇ ਜਿਗਿਆਸੂ ਰੂਪ ਬੀਹੇ ਪਏ ਤਰਸਦੇ ਹੈ, ਉਦਾਸ ਰਹਿੰਦੇ ਹੈ। ਵੇਦ ਸ਼ਾਸਤਰ ਦਾ ਗਿਆਨ ਦਿਲ 'ਚ ਇਸਤਤ ਨਹੀਂ ਹੁੰਦਾ ਸਤਿਗੁਰਾਂ ਦੇ ਮੁਖੋਂ ਉਚਾਰੇ ਤੋਂ ਬਗੈਰ। ਹਰ ਹਾਂ ਤਿਉ ਹਰ ਜਨ ਮੰਗੈ ਇਹ ਸਖੀਏ ਇਸੇ ਤਰ੍ਹਾਂ ਹਰੀ ਦੇ ਜਨ ਪਪੀਹੇ ਬਣ ਕੇ ਮਹਾਰਾਜ ਦੇ ਨਾਮ ਨੂੰ ਮੰਗਦੇ ਹਨ। ਨਾਨਕ ਬਲਿਹਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਨਾਮ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਐਸਾ ਪਰਮੇਸ਼ਰ ਦਾ ਨਾਮ ਹੈ। ਮਿਤ ਕਾ ਚਿਤ ਅਨੂਪ ਇਹ ਸਖੀ ਮਿੱਤਰ ਅਕਾਲ ਪੁਰਖ ਵਾਹਿਗੁਰੂ ਕਿਹਾ ਜਿਹਾ ਹੈ, ਉਹਦਾ ਚਿੱਤਰ ਚ ਹੈ ਜਿਹੜਾ ਉਹ ਭਗਤਾਂ ਦੇ ਨਾਲ ਪਿਆਰ ਕਰਨ ਵਾਲਾ ਚਿੱਤ ਉਪਮਾ ਤੋਂ ਰਹਿਤ ਹੈ, ਉਹਦੀ ਉਪਮਾ ਨਹੀਂ ਦਿੱਤੀ ਜਾ ਸਕਦੀ। ਮਰਮ ਨਾ ਜਾਣੀਏ ਮਹਾਰਾਜ ਦੇ ਮਰਮ ਭੇਤ ਨੂੰ ਨਹੀਂ ਜਾਣਿਆ ਜਾ ਸਕਦਾ। ਗਾਹਕ ਗੁਣੀ ਅਪਾਰ ਅਤੇ ਗਾਹਕ ਜਿਹੜੇ ਅਧਿਕਾਰੀ ਹਨ ਮਹਾਰਾਜ ਤਨ ਮਨ ਧਨ ਦੇਣ ਵਾਲੇ ਅਤੇ ਗੁਣੀ ਤੱਤ ਵੇਤੇ ਜਿਹੜੇ ਹਨ ਪਾਰਾਵਾਰ ਤੋਂ ਰਹਿਤ ਸਭ ਉਸ ਨੂੰ ਕਥਨ ਕਰਦੇ ਹਨ। ਸੋ ਤਤ ਪਛਾਨੀਏ ਉਹ ਤਤ ਸਰੂਪ ਨੂੰ ਪਛਾਣ ਲੈਂਦੇ ਹੈ ਜਿਹੜੇ ਅਪਾਰ ਸਰੂਪ ਦੀ ਪ੍ਰਾਪਤੀ ਦੇ ਗੁਣੀ ਗਿਆਨਵਾਨ ਤਤ ਵੇਤੇ ਹਨ ਤੇ ਗਾਹਕ ਤਨ ਮਨ ਧਨ ਦੇਣ ਵਾਲੇ ਅਧਿਕਾਰੀ ਹਨ, ਉਹ ਤਤ ਵਾਸਤਵ ਸਰੂਪ ਨੂੰ ਪਛਾਣ ਲੈਂਦੇ ਆ। ਚਿਤ ਹੈ ਚਿਤ ਸਮਾਏ ਇਹ ਸਖੀਓ ਜਿਹੜਾ ਚਿੱਤ ਚੰਚਲ ਹੈ ਹਰ ਵਕਤ ਦੁਨੀਆ ਦੀਆਂ ਚਿਤਵਣੀਆਂ ਕਰਦਾ ਰਹਿੰਦਾ ਹੈ, ਉਹ ਚਿੱਤ ਨੂੰ ਜੇ ਚੇਤਨ ਦੇ ਚਿੰਤਨ ਵਿੱਚ ਸਮਾ ਦਈਏ, ਵਾਹਿਗੁਰੂ ਚਿੱਤਾ ਚਿੱਤ ਸਮਾਏ, ਚਿੱਤ ਨੂੰ ਚੰਚਲਤਾ ਇਹਨੂੰ ਛੱਡ ਕੇ ਇਹਦੀ ਆਦਤ ਛਡਾ ਕੇ ਬ੍ਰਹਮ ਚੇਤਨ ਵਿੱਚ ਲੀਨ ਕਰ ਦਈਏ ਤਾਂ ਹੋਵੇ ਰੰਗ ਘਨਾ ਤਾਂ ਘਣਾ ਆਨੰਦ ਇਹਨੂੰ ਵੀ ਪ੍ਰਾਪਤ ਹੋ ਸਕਦਾ ਹੈ। ਇਹੋ ਹੀ ਬ੍ਰਹਮ ਰੂਪ ਉਲਟ ਕੇ ਹੋ ਜਾਂਦਾ ਹੈ। ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕੇ ਤੂੰ ਭਇਆ ਜਾਂ ਕੋ ਕਹਿਤਾ ਔਰ। ਹਰ ਹਾਂ ਚੰਚਲ ਚੂਰ ਹੈ ਮਾਰ ਇਹ ਸਖੀ ਜਿਹੜੇ ਚੰਚਲ ਚਿੱਤ ਨੂੰ ਕਰਨ ਵਾਲੇ ਚੋਰ ਹੋਏ, ਕਾਮ ਕਰੋ ਲੋਭ ਮੋਹ ਹੰਕਾਰ, ਉਹਨਾਂ ਨੂੰ ਜੇ ਮਾਰ ਨਾ ਕਰੇ ਸਮਦਮ ਸਾਧਨਾ ਦੁਆਰਾ ਪਾਵ ਹੈ ਸੱਚ ਧਨ ਤਾਂ ਸੱਚਾ ਆਤਮਾ ਆਨੰਦ ਰੂਪੀ ਧਨ ਨੂੰ ਇਹ ਜੀਵ ਪਾ ਸਕਦਾ ਹੈ। ਸੁਪਨਾ ਸੁਖ ਰੂਪੀ ਧਨ ਪਾ ਸਕਦਾ ਸੱਚਾ। ਸੁਪਨਾ ਉਭੀ ਪਹੀ ਹੁਣ ਸੁਪਨੇ ਵਿੱਚ ਜਿਵੇਂ ਦਰਸ਼ਨ ਹੁੰਦੇ ਆ ਉਹ ਦੱਸਦੇ ਹਨ। ਸੁਪਨਾ ਉਭੀ ਪਹੀ ਭਾਈ ਗੁਰਦਾਸ ਸਾਹਿਬ ਜੀ ਨੂੰ ਜਦੋਂ ਮਹਾਰਾਜ ਸਾਹਿਬ ਨਾਲੋਂ ਵਿਜੋਗ ਹੋਏ ਨੂੰ ਕਾਂਸੀ ਦੇ ਵਿੱਚ ਭਾਵੇਂ 700 ਪੰਡਤ ਸੇਵਕ ਬਣ ਗਿਆ ਭਾਈ ਸਾਹਿਬ ਦਾ, ਰਾਜਾ ਸੇਵਕ ਬਣ ਗਿਆ, ਸ੍ਰੀ ਜਪ ਸਾਹਿਬ ਦੇ ਅਰਸ ਸੁਣਾ ਕੇ
ਸਾਰੀਆਂ ਸੰਗਤਾਂ ਨੂੰ ਮੋਹਿਤ ਕਰ ਲਿਆ। ਕਾਂਸੀ ਵਿੱਚ ਅੰਮ੍ਰਿਤਸਰ ਦੀ ਮਹਿਮਾ ਦੱਸੀ, ਵਾਹਿਗੁਰੂ ਮੰਤਰ ਦੀ ਉਪਮਾ ਦੱਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਸੀ ਬਾਣੀ ਦੀ ਇਹ ਦੱਸੀ। ਵੇਦਾਂ ਸ਼ਾਸਤਰਾਂ ਦੇ ਹੁੰਦਿਆਂ ਇਸ ਜੈਸੇ ਧਰਤੀ ਉੱਪਰ ਮੇਘਲਾ ਵਰਸਦਾ ਦੇ ਡਾਂਗ ਦੇ ਕੇ ਫਿਰ ਭਾਈ ਸਾਹਿਬ ਜੀ ਦਾ ਚਿੱਤ ਮਹਾਰਾਜ ਦੇ ਪਿਆਰ 'ਚ ਸੀ। ਨਹੀਂ ਤਾਂ ਕਿਸੇ ਦਾ ਮਾੜਾ ਜਿਹਾ ਕੋਈ ਰਾਜਾ ਸੇਵਕ ਬਣ ਜੇ, ਕੋਈ ਵਿਦਵਾਨ ਸੇਵਕ ਬਣ ਜਾਣ, ਉਹ ਕਾਹਨੂੰ ਰੱਖਦਾ ਆਪਣੇ ਪਿਆਰੇ ਨੂੰ ਚੇਤੇ, ਝੱਟ ਪ੍ਰਭਤਾ 'ਚ ਪਾ ਕੇ ਭੁਲਾ ਦਿੰਦਾ ਹੈ। ਧੰਨ ਭਾਈ ਗੁਰਦਾਸ ਸਾਹਿਬ ਇੰਨੀ ਪ੍ਰਭਤਾ ਨੂੰ ਪਾ ਕੇ, ਵਡਿਆਈ ਨੂੰ ਪਾ ਕੇ ਫਿਰ ਵੀ ਸਤਿਗੁਰਾਂ ਦੇ ਪਿਆਰ ਨੂੰ ਨਹੀਂ ਭੁੱਲੇ। ਇੱਕ ਦਿਨ ਸੁਪਨੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਸ਼ਨ ਦਿੱਤੇ, ਜਿਨ੍ਹਾਂ ਬਾਬਤ ਲਿਖਿਆ ਸੁਪਨ ਚਿਰ ਚਿਰ ਬਾਣ ਕੇ ਬਣੇ ਵਿਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਇਹ ਵਿਰਾਗ ਦੇ ਨਾਲ ਜਦੋਂ ਗੁਰੂ ਸਾਹਿਬ ਨੂੰ ਮਿਲਣ ਲੱਗਾ, ਚਰਨਾਂ ਨੂੰ ਛੋਹਿਆ ਤੇ ਸਤਿਗੁਰੂ ਗਲਪੜੀ 'ਚ ਲੈਣ ਲੱਗੇ। ਉਸ ਵੇਲੇ ਇੱਧਰ ਭਾਈ ਸਾਹਿਬ ਜੀ ਨੇ ਅਖੀਰ ਲਿਖਿਆ, ਚਾਤਰ ਕੇ ਸ਼ਬਦ ਸੁਣ ਅੱਖੀਆਂ ਉਗਰ ਗਈ, ਪਈ ਜਲ ਮੀਨ ਗਦ ਬਿਰਹੋ ਜਗਾਏ। ਕਹਿੰਦੇ ਵਿਛੋੜੇ ਨੇ ਜਗਾਤਾ ਸਾਨੂੰ, ਜੇ ਮੱਛੀ ਪਾਣੀ ਬਿਨਾਂ ਤੜਫਦੀ ਹੈ ਐਂ ਚ ਸਾਡਾ ਤੜਫਣ ਲੱਗਿਆ। ਇਸ ਪ੍ਰਕਾਰ ਪ੍ਰੇਮ ਦੀ ਖਿੱਚਣਾ ਗੁਰੂ ਸਾਹਿਬ ਨੂੰ ਚੇਤੇ ਕਰਦੇ ਸਨ। ਭਾਈ ਸਾਹਿਬ ਹਰ ਵਕਤ ਧਿਆਨ ਕਰਦੇ ਸੀ। ਸੁਪਨੇ 'ਚ ਗੁਰੂ ਹਰਗੋਬਿੰਦ ਸਾਹਿਬ ਨੂੰ ਦਰਸ਼ਨ ਦਿੱਤੇ ਸੀ। ਫਿਰ ਭਾਈ ਜੇਠੇ ਤੇ ਵਿਧੀ ਚੰਦ ਨੂੰ ਬੁਲਾ ਕੇ ਫਿਰ ਵੀ ਪਰਖ ਦੇ ਵਿੱਚ ਕਿ ਇੱਥੇ ਚੋਰ ਆ ਸਾਡਾ, ਕਾਬਲ ਦੇ ਘੋੜੇ ਖਰੀਦਣ ਗਏ ਸਨ, ਉੱਥੇ ਥੈਲੀਆਂ ਦੇ ਮੂੰਹ ਠੀਕਰੀਆਂ ਵੇਖ ਕੇ ਨੰਗੇ ਸਿੱਟੇ ਆਏ ਸੀ, ਤੰਬੂ ਪਾੜ ਕੇ ਨਿਕਲ ਆਏ ਸੀ। ਇਸ ਕਰਕੇ ਫਿਰ ਰਾਜੇ ਨੇ ਕਿਹਾ ਮਹਾਰਾਜ ਇੱਥੇ ਚੋਰ ਕੌਣ ਹੈ ਗੁਰੂ ਕਾ? ਭਾਈ ਸਾਹਿਬ ਨੇ ਕਿਹਾ ਮਹਾਰਾਜ ਪਰਖ ਕਰਦੇ ਹੈ। ਅੱਗੇ ਵੀ ਦਾਸ ਦੀ ਪਰਖ ਕੀਤੀ ਸੀ, ਜੇ ਗੁਰ ਸੰਗ ਵਰਦਾ ਗੁਰ ਸਿੱਖ ਸਿਦਕ ਨਾ ਹਾਰੇ। ਇਸ ਤਰ੍ਹਾਂ ਮੈਨੂੰ ਪਰਖ ਰਹੇ ਹੈ, ਇਹ ਮਹਾਰਾਜ ਦੀ ਪਰਖ ਹੀ ਹੈ। ਮੈਨੂੰ ਮਹਾਰਾਜ ਦੇ ਪਰਖ ਵਿੱਚ ਪਾਸ ਹੋ ਜਾਣ ਦੇ। ਭਾਈ ਮੈਨੂੰ ਬਣਾ ਕੇ ਰਾਜਾ ਤੂੰ ਆਪ ਹੀ ਮੁਸ਼ਕਾਂ ਤੋੜ ਦੇ। ਰਾਜਾ ਹੱਥ ਜੋੜੇ, ਆਪ ਹੀ ਭਾਈ ਸਾਹਿਬ ਮੁਸ਼ਕਾਂ ਲੈ ਕੇ ਸਿੱਖਾਂ ਦੇ ਅੱਗੇ ਹੋ ਕੇ ਤੁਰ ਪਏ। 700 ਪੰਡਤ ਸ਼ਖਰ ਸ਼ਾਸਤਰੀ ਭਾਈ ਸਾਹਿਬ ਦੇ ਨਾਲ ਨੰਗੇ ਚਰਨੀ ਅੰਮ੍ਰਿਤਸਰ ਸਾਹਿਬ ਪੁੱਜਾ। ਸ੍ਰੀ ਗੁਰੂ ਅਰਜਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਆਏ ਅਕਾਲ ਤਖਤ, ਹੱਸ ਪਏ ਮਹਾਰਾਜ, ਕਹਿੰਦੇ ਕਹੋ ਭਾਈ ਗੁਰਦਾਸ ਜੇ ਗੁਰ ਸੰਗ ਵਰਦਾ ਸਿੱਖ ਸਿਦਕ ਨਾ ਹਾਰੇ। ਉਸ ਵੇਲੇ ਭਾਈ ਸਾਹਿਬ ਨੇ ਕਿਹਾ ਸੱਚੇ ਪਾਤਸ਼ਾਹ ਜੇ ਗੁਰ ਪਰਮਾਏ ਸੰਗ ਕਰ ਕਿਆ ਸਿੱਖ ਵਿਚਾਰਾ, ਜੇ ਘਰ ਪੰਨੇ ਪਾਹਰੂ ਕੌਣ ਰੱਖਣ ਹਾਰਾ, ਜੇ ਬੇੜਾ ਡੋਬੇ ਪਾਤਣੀ ਕੌਣ ਪਾਰ ਉਤਾਰਾ। ਇਸੇ ਪ੍ਰਕਾਰ ਆਗੂ ਲੈ ਉਜੜ ਪਵੇ ਕੋ ਕਰੇ ਨਾ ਸਾਰਾ। ਇਤਿਆਦਿਕ ਵਾਕ ਹੈ ਕਿ ਜੇ ਗੁਰ ਭੁਲਾਏ ਸੰਗ ਕਰ ਕਿਆ ਸਿੱਖ ਵਿਚਾਰਾ। ਵਾਕ ਕਹੇ ਸਤਿਗੁਰੂ ਜੀ ਨੇ ਹੱਥੀਂ ਮੁਸ਼ਕਾਂ ਖੋਲ ਕੇ ਕਿਹਾ ਧੰਨ ਭਾਈ ਇੱਕ ਗਿਆ ਸੀ 700 ਨੂੰ ਨਾਲ ਲੈ ਕੇ ਆਇਆ, ਨਿਹਾਲ ਕਰਤਾ ਸਾਰਿਆਂ ਨੂੰ ਸਿੱਖੀ ਬਖਸ਼ੀ। ਇਉਂ ਸੁਪਨੇ 'ਚ ਭਾਈ ਸਾਹਿਬ ਨੂੰ ਵੀ ਦਰਸ਼ਨ ਹੋਏ ਸਨ। ਇਸੇ ਪ੍ਰਕਾਰ ਕਹਿੰਦੇ ਹਨ ਸੁਪਨਾ ਉਬੀ ਭਈ, ਇਹ ਸਖੀ ਮੇਰਾ ਚਿੱਤ ਦੀ ਬਿਰਤੀ ਸੁਪਨੇ 'ਚ ਦੋ ਰੂਪ ਹੋ ਗਈ। ਗਹਿਓ ਕੀ ਨਾ ਆਂਚਲਾ, ਮੈਨੂੰ ਪਤੀ ਦੇ ਦਰਸ਼ਨ ਹੋ ਗਏ ਸੁਪਨੇ ਵਿੱਚ। ਫਿਰ ਸਖੀ ਕਹਿਣ ਲੱਗੀ ਦੂਸਰੀ ਸਖੀ ਕਿ ਆਪਦਾ ਪੱਲਾ ਕਿਉਂ ਨਾ ਪਤੀ ਦਾ ਤਾਂ ਪਕੜ ਲਿਆ ਉਸ ਵੇਲੇ। ਸੁੰਦਰ ਪੁਰਖ ਬਿਰਾਜਤ, ਤੇ ਅੱਗੋਂ ਉੱਤਰ ਦਿੰਦੀ ਆ ਸੁਖੀ, ਹੇ ਸਖੀ ਸੁਣ ਬਾਹਲਾ ਸੋਹਣਾ ਪੁਰਖ ਪੂਰਨੋ ਬਿਰਾਜਮਾਨ ਹੋ ਰਿਹਾ ਸੀ। ਵੇਖ ਮਨ ਬੰਚਲਾ, ਦੇਖ ਕੇ ਮੇਰਾ ਮਨ ਹੀ ਠੱਗੇਗਾ, ਚੇਤਾ ਹੀ ਨਹੀਂ ਰਿਹਾ ਮੈਂ ਪੱਲਾ ਫੜ ਲਵਾਂ। ਇਹ ਚੇਤਾ ਨਹੀਂ ਰਿਹਾ ਮੈਨੂੰ, ਨਹੀਂ ਤਾਂ ਮੈਂ ਪੱਲਾ ਪਕੜ ਲੈਂਦੀ। ਪੂਜੋ ਤਾਕੇ ਚਰਨ, ਹੁਣ ਸਖੀ ਮੈਂ ਉਹਦੇ ਚਰਨਾਂ ਨੂੰ ਭਾਲਦੀ ਹਾਂ। ਕਹੋ ਕਤ ਪਾਈ, ਦੱਸੋ ਤਾਂ ਇਹ ਸਖੀ ਉਹ ਕਿੱਥੋਂ ਪ੍ਰਾਪਤ ਹੋਵੇ ਪਿਆਰਾ। ਹਰ ਹਾਂ ਸੋਈ ਜਤਨ ਬਤਾ, ਇਹ ਸਖੀ ਮੈਨੂੰ ਯਤਨ ਬਤਾ ਦੱਸਣਾ ਕਰ। ਸਖੀ ਪ੍ਰਿਓ ਪਾਈ, ਜਿਸ ਪ੍ਰਕਾਰ ਸਖੀ ਮੈਂ ਆਪਣੇ ਪਤੀ ਨੂੰ ਪਾ ਲਵਾਂ। ਊਖਾਂ ਦਾ ਪ੍ਰਕਰਨ ਵੀ ਹੈ, ਜਿਵੇਂ ਸੁਪਨੇ 'ਚ ਊਖਾਂ ਦੇ ਤਾਂ ਹੀ ਸੰਸਰ ਜਿਹੜਾ ਸੰਸਰ ਭੁਜਾ ਰਾਜਾ ਸੀ ਉਹਦੀ ਪੁੱਤਰੀ ਨੂੰ ਅਨੁਰੁੱਧ ਦੇ ਦਰਸ਼ਨ ਹੋਏ ਸੀ, ਜਿਸ ਬਾਬਤ ਕਿਹਾ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਪ੍ਰਕਰਨ ਸਮਝਣਾ। ਸੁਪਨਾ ਉਬੀ ਭਈ, ਸੁਪਨਾ ਸਾਧ ਸੰਗਤ ਜੀ ਸਮਾਧੀ ਜਦੋਂ ਪ੍ਰਾਪਤ ਹੋਈ, ਚਿੱਤ ਦੀ ਬਿਰਤੀ ਇਕਾਗਰ, ਚਿੱਤ ਦੀ ਸ਼ਾਂਤ ਰੂਪ ਨੀਂਦ ਜਦੋਂ ਆਈ, ਸਮਾਧੀ ਵਿੱਚ ਉਬੀ ਇੱਕ ਇਸ਼ਟ ਦੇਵਤਾ ਤੇ ਇੱਕ ਉਪਾਸ਼ਕ ਦੋ ਰੂਪ ਬਣ ਗਈ। ਗਹਿਓ ਕੀ ਨਾ ਆਂਚਲਾ, ਇਹ ਸਖੀ ਤਾਂ ਪੱਲਾ ਕਿਉਂ ਨਾ ਉੱਥੇ ਹੀ ਕਿਉਂ ਨਾ ਧਿਆਨ ਟਿਕਾ ਛੱਡਿਆ। ਤੂੰ ਚਿੱਤ ਦੀ ਬਿਰਤੀ ਨੂੰ ਉਠਾਨ ਕਿਉਂ ਕਰ ਲਿਆ ਜਿੱਥੇ ਤੈਨੂੰ ਉਹ ਸਖਿਆਤ ਹੋ ਕੇ ਦਰਸ਼ਨ ਹੋ ਰਹੇ ਸਨ। ਗਹਿਓ ਕੀ ਨਾ ਆਂਚਲਾ, ਅੰਚਲਾ ਪੱਲਾ ਧਿਆਨ ਕਰਨ ਰੂਪ
ਉੱਥੇ ਚਿੱਤ ਨੂੰ ਟਿਕਾਉਣ ਰੂਪ ਕਿਉਂ ਨਾ ਪਕੜ ਲਿਆ। ਸੁੰਦਰ ਪੁਰਖ ਵਿਰਾਜਤ ਹੇ ਸਖੀ ਸੋਹਣਾ ਸਰੂਪ ਸੱਚੇ ਆਨੰਦ ਸਰੂਪ ਉਹ ਪੂਰਨ ਬਿਰਾਜਮਾਨ ਹੋ ਰਿਹਾ ਸੀ। ਵੇਖ ਮਨ ਬੰਚਲਾ ਵੇਖ ਕੇ ਮੇਰਾ ਮਨ ਠੱਗਿਆ ਗਿਆ, ਮੈਨੂੰ ਹੰਕਾਰ ਫੁਰ ਗਿਆ, ਮੈਨੂੰ ਪਰਮੇਸ਼ਰ ਮਿਲ ਗਿਆ। ਇਹ ਹੰਕਾਰ ਫੁਰਨੇ ਕਰਕੇ ਮੇਰੀ ਜਾਗ ਇਹ ਸੰਸਾਰ ਵੱਲ ਜਾਗ ਪਿਆ, ਉਹ ਸਮਾਧੀ ਰੂਪ ਸੁਪਨਾ ਮੇਰਾ ਭੁੱਲ ਗਿਆ। ਖੋਜੋ ਤਾਂ ਇਉਂ ਮੇਰਾ ਮਨ ਠੱਗਿਆ ਗਿਆ, ਵੇਖ ਕੇ ਮੈਨੂੰ ਹੰਕਾਰ ਫੁਰ ਗਿਆ ਕਿ ਮੈਨੂੰ ਰੱਬ ਮਿਲ ਗਿਆ ਹੈ। ਖੋਜੋ ਤਾਂ ਕੀ ਚਰਨ ਹੇ ਸਖੀ ਮੈਂ ਉਸ ਅੰਤਰਜਾਮੀ ਦੇ ਚਰਨਾਂ ਨੂੰ ਭਾਲਦੀ ਹਾਂ। ਕਹੋ ਕਤ ਪਾਈ ਕਹੋ ਤਾਂ ਇਹ ਮਹਾਤਮਾ ਜਨੋਂ ਕਦ ਕਿਸ ਪ੍ਰਕਾਰ ਉਸ ਦੇ ਦਰਸ਼ਨਾਂ ਨੂੰ ਮੈਂ ਪਾਉਣਾ ਕਰਾਂ ਹੁਣ। ਹਰ ਹਾਂ ਸੋਈ ਜਤਨ ਬਤਾਈ ਹੇ ਸਖੀ ਮੈਨੂੰ ਉਹ ਯਤਨ ਦੱਸੋ ਸਖੀ ਪ੍ਰਿਓ ਪਾਈ ਜਿਸ ਪ੍ਰਕਾਰ ਪਤੀ ਅਕਾਲ ਪੁਰਖ ਦੇ ਮੈਂ ਦਰਸ਼ਨ ਪਾ ਲਵਾਂ। ਸਖੀ ਇਹ ਸਾਧ ਸੰਗਤ ਜੀ ਆਸ ਭਾਗੀ ਨਿਰਲੀਏ ਮਤ ਸੋ ਦੇਖਾਂ ਸੋਏ, ਉਵੇਂ ਨਿਰਵਕਲਪ ਸਮਾਧੀ ਲੱਗ ਜਾਵੇ, ਫਿਰ ਮਹਾਰਾਜ ਸਾਹਿਬ ਦੀ ਸਿਖਿਆਤਾ ਹੋਵੇ ਤਾਂ ਹੀ ਉਸ ਰੂਪ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਪ੍ਰਕਾਰ ਮਹਾਰਾਜ ਜੀ ਇਹ ਪਵਿੱਤਰ ਬਾਣੀ ਉਚਾਰਨ ਕਰ ਰਹੇ ਹੈ। ਮੌ ਨਗਰ ਦੇ ਅੰਦਰ 13 ਪੌੜੀਆਂ ਹੋਈਆਂ, ਬਾਕੀ ਨਹੀਂ ਅੰਮ੍ਰਿਤ ਵੇਲੇ ਫਿਰ ਕਰਾਂਗੇ। ਖੋਜੋ ਤਾਂ ਕੇ ਚਰਨ ਕਹੋ ਕਦ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਓ ਪਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਏ ਗੋਬਿੰਦ। ਵਾਹਿਗੁਰੂ ਸਾਹਿਬ ਜੀਓ। ਨੈਣ ਨਾ ਦੇਖੈ ਸਾਧ ਜਿਹੜੀਆਂ ਅੱਖਾਂ ਕਰਕੇ ਸਾਧ ਸੰਗਤ ਦੇ ਦਰਸ਼ਨ ਨਹੀਂ ਦੇਖਦੀਆਂ ਅੱਖਾਂ, ਇਹ ਤੇ ਨੈਣ ਬਿਹਾਲਿਆ ਉਹ ਨੇਤਰ ਬਿਹਾਲ ਬੁਰੇ ਹਾਲ ਵਾਲੇ ਹੋ ਜਾਣ ਕਿ ਖੁੱਤੀਆਂ ਬਣ ਜਾਂਦੀਆਂ ਅੱਖਾਂ ਦੀਆਂ ਉਹਨਾਂ ਦੀਆਂ। ਉਹ ਅੱਖਾਂ ਜਿਹੜੀਆਂ ਹਨ ਚੰਗੀਆਂ ਨਹੀਂ ਹਨ, ਜਿਹੜੀਆਂ ਬਗਾਨੇ ਰੂਪ ਨੂੰ ਮੇਰ ਤੇਰ ਦੇ ਨਾਲ ਵੇਖਦੀਆਂ ਹਨ। ਉਹ ਨੇਤਰ ਸਫਲੇ ਆ ਜਿਹੜੇ ਸਾਧ ਸੰਗਤ ਦੇ ਦਰਸ਼ਨ ਕਰਦੇ ਹਨ। ਕਰਨ ਨਾ ਸੁਨਹੀ ਨਾਦ ਜੇ ਕੰਨਾਂ ਕਰਕੇ ਨਾਦ ਸ਼ਬਦ ਮਹਾਰਾਜ ਦੇ ਨਹੀਂ ਸੁਣਦਾ, ਨਾਦ ਬ੍ਰਹਮ ਦਾ ਨਹੀਂ ਸਰਵਣ ਕਰਦਾ, ਕਰਨ ਮੁੰਦ ਘਾਲਿਆ ਉਹ ਕੰਨਾਂ ਨੂੰ ਮੁੰਦ ਘਾਲਿਆ ਪਾ ਕੇ ਛਿੱਕਾ ਮੁੰਦ ਦੇਣਾ ਚਾਹੀਦਾ ਹੈ। ਐਸੇ ਜਿਹੜੇ ਕੰਨ ਉਹ ਨਿਸਪਲ ਹਨਗੇ ਕੰਨ। ਰਸਨਾ ਜਪੈ ਨਾ ਨਾਮ ਜਿਹੜੀ ਰਸਨਾ ਮਹਾਰਾਜ ਦਾ ਨਾਮ ਨਹੀਂ ਜਪਦੀ ਹੈ, ਤਿਲ ਤਿਲ ਕਰ ਕੱਟੀ ਹੈ ਉਹਨੂੰ ਦੰਡ ਮਿਲਦਾ। ਰੁੱਤੀ ਰੱਤੀ ਕਰਕੇ ਤਿਲ ਜਿੰਨੀ ਕਰ ਕੱਟੀ ਜਾਂਦੀ ਹੈ, ਐਸਾ ਦੰਡ ਮਿਲਦਾ ਹੈ। ਹਰ ਹਾਂ ਅਹੀ ਜੀ ਜ਼ਬਾਨ ਚੰਮ ਕੱਚੇ ਨੂੰ ਮੂੰਹ 'ਚ ਰੱਖਣ ਦੀ ਕੀ ਲੋੜ ਹੈ। ਹਰ ਹਾਂ ਜਬ ਬਿਸਰੈ ਗੋਬਿੰਦ ਰਾਮ ਹਰ ਹਾਂ ਹੇ ਸਖੀ ਉਤਮ ਅਧਿਕਾਰੀ ਸੰਤ ਜਨੋ, ਜਦੋਂ ਗੋਬਿੰਦ ਰਾਜਾ ਪਰਮੇਸ਼ਰ ਭੁੱਲ ਜਾਂਦਾ ਹੈ, ਦਿਨੋ ਦਿਨ ਘਟੀ ਹੈ ਦਿਨੋਂ ਦਿਨ ਘਾਟੇ ਹੀ ਘਾਟੇ 'ਚ ਪਈਦਾ ਹੈ। ਦਿਨ ਦਿਨ ਸਾਧ ਸੰਗਤ ਜੀ ਘਟਦੇ ਹੀ ਜਾਈਦਾ ਹੈ। ਸਾਰੇ ਗੁਣ ਘਟ ਜਾਂਦੇ ਹਨ, ਗੁਣ ਕੋਈ ਦੇਵੀ ਅੰਦਰ ਨਹੀਂ ਰਹਿੰਦਾ ਤੇ ਮਾਤਾ ਦੇ ਗਰਭ ਦੇ ਘਾਟਾਂ ਹੀ ਘਾਟਾਂ 'ਚ, ਜੂਨਾਂ ਦੇ ਘਾਟਾਂ 'ਚ ਹੀ ਜਾਣਾ ਪੈਂਦਾ ਹੈ। ਪੰਕਜ ਫਾਥੇ ਪੰਕ ਫਰਮਾਉਂਦੇ ਹਨ ਜਿਸ ਪ੍ਰਕਾਰ ਪੰਕਜ ਜਿਹੜੇ ਕਵਲ ਹਨ ਉਹ ਪੰਖ ਚਿੱਕੜ ਵਿੱਚ ਫਸੇ ਹੁੰਦੇ ਹਨ। ਕੌਲ ਜਿਹੜੇ ਹਨ ਪਾਣੀ ਦੇ ਥੋੜਾ ਹੋਣੇ ਕਰਕੇ ਮਹਾ ਮਦ ਗੁੰਫਿਆ ਜਿਹੜਾ ਬੜਾ ਭਾਰੀ ਖੁਸ਼ਬੂ ਹੁੰਦੀ ਹੈ ਕੌਲਾਂ ਦੀ, ਉਹ ਵਿੱਚੇ ਗੁੰਫਿਆ ਗੁੰਦੀ ਰਹਿ ਜਾਂਦੀ ਹੈ, ਬੰਦ ਰਹਿ ਜਾਂਦੀ ਹੈ। ਅੰਗ ਸੰਗ ਉਰਝਾ ਅੰਗ ਕੌਲਾਂ ਦੇ ਚਿੱਕੜ ਦੇ ਨਾਲ ਉਲਝ ਜਾਂਦੇ ਹਨ, ਗਾਰੇ ਦੇ ਨਾਲ। ਬਿਸਰ ਤੇ ਸੁੰਫਿਆ ਉਹਨਾਂ ਦਾ ਸੁੰਫਿਆ ਸਫਾਈ ਜਿਹੜੀ ਹੈ, ਉਹਨਾਂ ਚਿੱਕੜ ਤੋਂ ਉੱਠ ਕੇ ਖਿੜ ਕਰਕੇ ਸਫਾਈ ਕਰਨੀ, ਖਿੜਨਾ ਇਹ ਭੁੱਲ ਜਾਂਦਾ। ਉਹਨਾਂ ਨੂੰ ਸਫਾਈ ਨਹੀਂ ਰਹਿੰਦੀ ਹੈ ਕਬਲਾਂ 'ਚ ਖਿੜਨ ਦੀ। ਹੈ ਕੂ ਐਸਾ ਮੀਤ ਕੋਈ ਇਹੋ ਜਿਹਾ ਹੈ ਮਿੱਤਰ ਜੀ ਤੂਰੈ ਬਿਖਮ ਗਾ ਜਿਹੜੀ ਚਿੱਕੜ 'ਚ ਫਸਿਆ ਹੋਇਆ ਕਬਲਾਂ ਦੀ ਗੰਢ ਕਠਨ ਪਈ ਹੋਈ ਹੈ ਗਾਰੇ 'ਚ, ਉਹਨੂੰ ਤੋੜ ਦੇਵੇ। ਨਾਨਕ ਇੱਕ ਸ੍ਰੀ ਧਰਨਾ ਸਤਿਗੁਰੂ ਸਾਹਿਬ ਕਹਿੰਦੇ ਇੱਕ ਲక్ష్ਮੀ ਨੂੰ ਧਾਰਨ ਵਾਲਾ ਸਵਾਮੀ ਪਰਮੇਸ਼ਵਰ ਹੈ। ਜੇ ਟੂਟੇ ਲੈ ਸਾਂ ਜੇ ਬੱਦਲ ਨੂੰ ਆਗਿਆ ਦੇਵੇ ਮੀਂਹ ਪਵੇ ਤੇ ਗਾਰੇ ਚਿੱਕੜ 'ਚ ਫਸੇ ਹੋਏ ਜਿਹੜੇ ਕਵਲ ਹੈ ਉਹ ਟੁੱਟ ਰਹੇ ਹਨ, ਉਹਨੂੰ ਸੰਢ ਦੇਵੇ, ਫੇਰ ਜੋੜ ਦੇਵੇ, ਫੇਰ ਉਹ ਕਵਲ ਜਿਹੜੇ ਹੈ ਉੱਚੇ ਖਿੜਦੇ ਹਨਗੇ। ਇਸ ਪ੍ਰਕਾਰ ਉਹ ਕਵਲ ਚਿੱਕੜ 'ਚੋਂ ਛੁੱਟ ਸਕਦੇ ਹਨ। ਇਸੇ ਪ੍ਰਕਾਰ ਇਹ ਦ੍ਰਿਸ਼ਟਾਂਤ
ਇਸੇ ਤਰ੍ਹਾਂ ਦਾ ਦ੍ਰਿਸ਼ਟਾਂਤ ਦਿੰਦੇ ਹਨ। ਪੰਕਜ ਫਾਥੇ ਪੰਕ ਪੰਕਜ ਕਵਲਾਂ ਦੀ ਨਿਆਈ ਜਿਹੜੇ ਜੀਵ ਹਨ ਉਹ ਮੋਹ ਰੂਪੀ ਪੰਕ ਚਿੱਕੜ 'ਚ ਫਸੇ ਪਏ ਹਨ। ਮਹਾਮਦ ਗੁੰਫਿਆ ਮਹਾਮਦ ਜੋ ਪਰਮੇਸ਼ਰ ਦੀ ਭਗਤੀ ਸੀ ਮਹਿਕ ਦੇਣ ਵਾਲੀ ਉਹ ਵਿੱਚੇ ਹੀ ਗੁੰਦੀ ਰਹਿ ਗਈ ਹਿਰਦਿਆਂ 'ਚ। ਉਹ ਪ੍ਰਗਟ ਨਾ ਕਰ ਸਕੇ ਆਪਣੇ ਹਿਰਦੇ ਦੇ ਵਿੱਚੋਂ ਮੋਹ ਵਿੱਚ ਫਸੇ ਹੋਏ ਜੀਵ। ਅੰਗ ਸੰਗ ਉਰਝਾ ਉਹਨਾਂ ਦੇ ਮੋਹ ਦੇ ਨਾਲ ਅੰਗ ਹਿਰਦੇ ਜਿਹੜੇ ਆ ਉਲਝੇ ਰਹਿੰਦੇ ਹਨ ਹਰ ਵਕਤ। ਬਿਸਰਤੇ ਸੌਂਫਿਆ ਜਿਹੜੀ ਮੋਹ ਤੇ ਰਹਿਤ ਹੋ ਕੇ ਸਫਾਈ ਕਰਨੀ ਸੀ ਖਿੜਨਾ ਸੀ ਇਹ ਉਹਨਾਂ ਨੂੰ ਵਿਸਰ ਚੁੱਕਾ ਹੈ। ਕਰਨਾ ਮੈਤਰੀ ਮੁੱਤਾ ਪੇਖਿਆ ਦੀਆਂ ਸੋਹਣੀਆਂ ਪੰਖੜੀਆਂ ਨਿਕਲਣੀਆਂ ਸੀ ਉਹ ਭੁੱਲ ਚੁੱਕੀ ਹੈ ਸਫਾਈ। ਹੈ ਕੋ ਐਸਾ ਮੀਤ ਇਹੋ ਜਿਹਾ ਕੋਈ ਹੈ ਸੱਜਣ ਜੇ ਤੋਰੈ ਬਿਖਮ ਗਾਂ ਜਿਹੜੀ ਚਿੱਕੜ 'ਚ ਫਸਿਆਂ ਦੀ ਕਲਡੀ ਗੰਢ ਜਿਹੜੀ ਹੈ ਇਹ ਉਹਨਾਂ ਦੀ ਜੀਆਂ ਦੀ ਤੋੜ ਦੇਵੇ। ਨਾਨਕ ਇੱਕ ਸ੍ਰੀ ਧਰਨਾ ਇੱਕ ਮਹਾਰਾਜ ਕਹਿੰਦੇ ਲక్ష్ਮੀ ਨੂੰ ਧਾਰਨ ਵਾਲੇ ਸਵਾਮੀ ਅਕਾਲ ਪੁਰਖ ਜੀ ਹਨ। ਜੇ ਟੂਟੇ ਲੈ ਸਾਂ ਜੇ ਸਤਿਗੁਰੂ ਬੱਦਲ ਨੂੰ ਆਗਿਆ ਦੇਣ ਉਹ ਅੰਮ੍ਰਿਤ ਨਾਮ ਦੀ ਵਰਖਾ ਕਰਨ ਮੋਹ ਵਿੱਚ ਜਿਹੜੇ ਟੁੱਟ ਰਹੇ ਆ ਵਾਹਿਗੁਰੂ ਵੱਲੋਂ ਉਹਨਾਂ ਨੂੰ ਸੰਠ ਲੈਣ ਜੋੜ ਲੈਣ ਗੰਢ ਲੈਣ। ਇਸ ਪ੍ਰਕਾਰ ਮਹਾਰਾਜ ਸਾਹਿਬ ਕਿਰਪਾ ਕਰਕੇ ਨਾਮ ਉਪਦੇਸ਼ ਦੇਣ ਫਿਰ ਮੋਹ ਦੀ ਗੰਢ ਟੁੱਟਦੀ ਹੈ ਤੇ ਜੀਵ ਸੁਖੀ ਹੁੰਦੇ ਹਨ। ਇਹ ਉਪਾਅ ਹੈ ਹੋਰ ਕੋਈ ਉਪਾਅ ਨਹੀਂ। ਇਸੇ ਪ੍ਰਕਾਰ ਫਿਰ ਇਸੇ ਸ਼ਬਦ ਦਾ ਪਾਠ ਕਰੋ। ਪੰਕਜ ਫਾਥੇ ਪੰਕ ਪੰਕਜ ਕਵਲਾਂ ਦੇ ਵਿੱਚ ਫਾਥੇ ਪੰਕ ਪੰਕ ਕੌਣ ਖੰਭਾਂ ਵਾਲੇ ਭੌਰੇ ਜਿਸ ਵਕਤ ਸੂਰਜ ਛਿਪ ਜਾਂਦਾ ਹੈ ਭੌਰੇ ਵਿੱਚ ਹੀ ਕਵਲਾਂ ਦੇ ਫਸ ਜਾਂਦੇ ਹਨ। ਮਹਾਮਦ ਗੁੰਫਿਆ ਮਹਾ ਜਿਹੜੀ ਸੁਗੰਧੀ ਹੈ ਕਵਲਾਂ ਦੀ ਉਹਦੇ 'ਚ ਹੀ ਗੁੰਦੇ ਰਹਿ ਜਾਂਦੇ ਹਨ। ਅੰਗ ਸੰਗ ਉਰਝਾ ਭੌਰ ਜਿਹੜੇ ਹੈ ਪੱਤੀਆਂ ਜਿਹੜੀਆਂ ਕਵਲ ਦੀਆਂ ਉਹਨਾਂ ਦੇ ਨਾਲ ਆਪਦੇ ਅੰਗਾਂ ਨੂੰ ਵਿੱਚ ਫਸਾ ਲੈਂਦੇ ਕੈਦੀ ਹੋ ਜਾਂਦੇ ਆ। ਬਿਸਰਤੇ ਸੌਂਫਿਆ ਭੌਰਾਂ ਦਾ ਜਿਹੜਾ ਸਫਾਈ ਉੱਡ ਜਾਣਾ ਸੀ ਖੰਭਾਂ ਦੇ ਨਾਲ ਉਹ ਵਿੱਚ ਮਿਚੇ ਹੋਏ ਕੈਦੀ ਹੋਏ ਨੂੰ ਭੁੱਲ ਜਾਂਦਾ ਹੈ ਰਾਤ ਦੇ ਪੈਣੇ ਕਰਕੇ। ਹੈ ਕੋ ਐਸਾ ਮੀਤ ਇਹੋ ਜਿਹਾ ਕੋਈ ਹੈ ਭਾਈ ਸੱਜਣ ਜੇ ਤੋਰੈ ਬਿਖਮ ਗਾਂ ਜਿਹੜੀ ਉਹਨਾਂ ਦੀ ਭੌਰ ਕੈਦੀਆਂ ਹੋਇਆਂ ਦੀ ਗੰਢ ਜਿਹੜੀ ਬਿਖਮ ਕਠਨ ਪਈ ਹੋਈ ਹੈ ਤੋੜ ਦੇਵੇ। ਨਾਨਕ ਇੱਕ ਸ੍ਰੀ ਧਰਨਾ ਇੱਕ ਪਰਮੇਸ਼ਵਰ ਹੀ ਹੈ ਮਹਾਰਾਜ ਸਾਹਿਬ ਕਹਿੰਦੇ ਸਰਵ ਕਾ ਸੁਆਮੀ। ਜੇ ਟੂਟੇ ਲੈ ਸਾਂ ਜੇ ਸੂਰਜ ਨੂੰ ਚੜਾ ਦੇਵੇ ਜਿਹੜੇ ਸਾਹ ਵਿੱਚ ਟੁੱਟੇ ਸੁੱਕਦੇ ਜਾਂਦੇ ਕਵਲਾਂ ਦੇ ਵਿੱਚ ਭੌਰਿਆਂ ਦੇ ਉਹਨਾਂ ਨੂੰ ਫੇਰ ਸਾਹ ਖੋਲ ਕੇ ਭੌਰਾਂ ਦੇ ਤਾਈਂ ਕੈਦ ਤੋਂ ਪੱਤੀਆਂ ਚੋਂ ਸੰਢ ਲਵੇ ਜੋੜ ਦੇਵੇ ਤੇ ਉੱਡ ਜਾਣ ਉੱਥੋਂ। ਇਸੇ ਪ੍ਰਕਾਰ ਸਾਧ ਸੰਗਤ ਜੀ ਪੰਕਜ ਫਾਥੇ ਪੰਕ ਵਿਧੀ ਨਿਖੇਧ ਰੂਪੀ ਖੰਭਾਂ ਵਾਲੇ ਜੀਵ ਜਿਹੜੇ ਭੌਰਿਆਂ ਦੀ ਨਿਆਈ ਹੈ ਉਹ ਇਸਤਰੀ ਪੁੱਤਰ ਆਦਿਕਾਂ ਦੇ ਪੰਕਜ ਕਵਲਾਂ ਖਿੜਿਆਂ ਵਾਂਗੂ ਮੂੰਹ ਵੇਖ ਵੇਖ ਕੇ ਉਹਨਾਂ 'ਚ ਫਸ ਗਏ ਹਨ। ਮਹਾਮਦ ਗੁੰਫਿਆ ਬਾਲੀ ਜਿਹੜੀ ਸੁਗੰਧੀ ਸੀ ਬ੍ਰਹਮਾਨੰਦ ਦੀ ਉਹ ਵਿੱਚੇ ਹੀ ਗੁੰਦੀ ਰਹਿ ਗਈ ਪ੍ਰਾਪਤ ਨਾ ਕਰ ਸਕੇ। ਮਹਾਮਦ ਹੰਕਾਰ ਦੇ ਵਿੱਚ ਮਹਾਮਦ ਵਿਸ਼ੇ ਦੇ ਵਿੱਚ ਉਹ ਗੁੰਦੇ ਰਹਿ ਗਏ ਇਹਨਾਂ ਦੇ ਮੋਹ ਵਿੱਚ ਪੈ ਕੇ। ਅੰਗ ਸੰਗ ਉਰਝਾ ਅੰਗ ਨਾਲ ਲਾ ਕੇ ਕਦੇ ਨਿਆਣਿਆਂ ਦੇ ਨਾਲ ਅੰਗ ਲਾ ਲਿਆ ਕਦੇ ਅੰਗਨਾਂ ਨਾਲ ਅੰਗ ਲਾ ਲਏ ਇਉਂ ਰਿਦਾ ਲਾ ਕੇ ਉਲਝੇ ਰਹਿੰਦੇ ਫਸੇ ਰਹਿੰਦੇ ਹਨ ਹਰ ਵਕਤ। ਬਿਸਰਤੇ ਸੌਂਫਿਆ ਜਿਹੜੀ ਸਫਾਈ ਸੀ ਪਰਮੇਸ਼ਰ ਦਾ ਪਿਆਰ ਕਰਨਾ ਸੀ ਇਹ ਸਫਾਈ ਭੁੱਲ ਗਈ ਹੈ। ਮੋਹ ਤੋਂ ਰਹਿਤ ਹੋ ਕੇ ਜਿਹੜਾ ਜੁੜਨਾ ਸੀ ਪਰਮੇਸ਼ਰ 'ਚ। ਹੈ ਕੋ ਐਸਾ ਮੀਤ ਇਹੋ ਜਿਹਾ ਕੋਈ ਸੱਜਣ ਮਿੱਤਰ ਹੈ ਜੇ ਤੋਰੈ ਬਿਖਮ ਗਾਂ ਜਿਹੜੀ ਸੰਸੇ ਗ੍ਰੰਥੀ ਕਰਮ ਗ੍ਰੰਥੀ ਇਹ ਚਿਰਜਲ ਗ੍ਰੰਥੀ ਪਈ ਹੋਈ ਹੈ ਇਹਨੂੰ ਤੋੜ ਦੇਵੇ ਕਠਨ ਗੰਢ ਨੂੰ। ਨਾਨਕ ਇੱਕ ਸ੍ਰੀ ਧਰਨਾ ਸਤਿਗੁਰੂ ਜੀ ਕਹਿੰਦੇ ਇੱਕ ਮਾਇਆ ਨੂੰ ਆਪਦੇ ਆਸਰਾ ਦੇਣ ਵਾਲਾ ਸਿਰੋਮਣੀ ਜੋ ਸਭ ਕਾ ਧਰ ਹੈ ਉਹ ਹੀ ਸਵਾਮੀ ਨਾਥ ਹੈ। ਜੇ ਟੂਟੇ ਲੈ ਸਾਂ ਜੇ ਸਤਿਗੁਰੂ ਸੂਰਜ ਚੜਾ ਦੇਵੇ ਤੇ ਟੁੱਟੇ ਹੋਏ ਜਿਹੜੇ ਮਨ ਹਨ ਮੋਹ ਦੇ ਵਿੱਚ ਪੈ ਕੇ ਇਸਤਰੀ ਪੁੱਤਰਾਂ ਦੇ ਮੋਹ 'ਚ ਉਹਨਾਂ ਨੂੰ ਵਾਹਿਗੁਰੂ ਦੀ ਲਿਵ 'ਚ ਸੰਢ ਲੈਣ ਜੋੜ ਲੈਣ ਇਹੋ ਹੀ ਉਪਾਅ ਹੈ ਹੋਰ ਕੋਈ ਉਪਾਅ ਨਹੀਂ ਹੈ। ਧਾਵ ਦਸਾ ਅਨੇਕ ਹੇ ਮਹਾਰਾਜ ਦਸਾਂ ਉੱਤਰ ਦੱਖਣ ਪੂਰਬ ਪશ્ਚਿਮ ਆਦਿਕ
ਇਸ ਤਰ੍ਹਾਂ ਉਪਦਿਸ਼ਾ ਆਦਿਕਾਂ ਵਿੱਚ ਅਨੇਕਾਂ ਦਿਸ਼ਾ ਦੇ ਵਿੱਚ ਦੌੜਦੇ ਹਾਂ। ਪ੍ਰੇਮ ਪ੍ਰਭ ਕਾਰਣੇ ਪ੍ਰਭੂ ਦੇ ਪ੍ਰੇਮ ਦੇ ਵਾਸਤੇ ਕਿਤੋਂ ਪ੍ਰਾਪਤ ਹੋਵੇ। ਇਸੇ ਪ੍ਰਕਾਰ ਧਾਵੋਂ ਦਸਾਂ ਅਨੇਕ, ਦਸਾਂ ਬਿਰਤੀਆਂ ਜਿਹੜੀਆਂ ਹਨ ਦਸੋ ਦਿਸ਼ਾ ਵਿੱਚ ਅਨੇਕ ਪ੍ਰਕਾਰ ਦੇ ਵਿੱਚ, ਕਿ ਦੇਖਣ 'ਚ, ਸੁੰਘਣ 'ਚ, ਸੁਣਨ 'ਚ, ਸਪਰਸ਼ ਆਦਿਕਾਂ ਦੇ ਇਹ ਜਿਹੜੇ ਸੁਭਾਅ ਹਨ ਇਹਨਾਂ 'ਚ ਅਨੇਕਾਂ ਦਸ਼ਾ 'ਚ ਦੌੜਦੀ ਫਿਰਦੀ ਹੈ ਬਿਰਤੀ ਜਿਗਿਆਸੂ ਦੀ ਕਾਲੀ ਹੋ ਕੇ। ਪ੍ਰੇਮ ਪ੍ਰਭ ਕਾਰਣੇ ਪ੍ਰਭੂ ਦੇ ਪ੍ਰੇਮ ਦੀ ਪ੍ਰਾਪਤੀ ਦੇ ਕਾਰਨ ਵਾਸਤੇ ਦਸ ਇੰਦਰੀਆਂ ਦੇ ਤਰਫ ਦੌੜਦੇ ਹਨ ਕਿ ਕਿਤੋਂ ਵੀ ਪਰਮੇਸ਼ਰ ਦਾ ਪ੍ਰੇਮ ਪ੍ਰਾਪਤ ਹੋਵੇ। ਪੰਜ ਸਤਾਵ ਹੈ ਦੂਤ ਹੇ ਅੰਤਰਜਾਮੀ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਤ ਮੈਨੂੰ ਸੰਤਾਵਨ ਦੁੱਖ ਦੇ ਰਹੇ ਹਨ। ਕਵਨ ਵਿਦ ਮਾਰਨੇ ਇਹਨੂੰ ਮਾਰਾ ਕਿਹੜੀ ਵਿਧੀ ਨਾਲ ਮਾਰਨਾ ਕਰੀਏ, ਤਰੀਕਾ ਦੱਸੋ ਆਪ। ਤੀਖਣ ਬਾਣ ਚਲਾ ਹਜੂਰ ਕਹਿੰਦੇ ਹੇ ਸਿੱਖਾ ਬੁੱਧ ਰੂਪੀ ਕਮਾਨ ਬਣਾ ਲੈ ਤੇ ਮਹਾਰਾਜ ਸਾਹਿਬ ਦੇ ਨਾਮ ਰੂਪੀ ਤੀਰ ਨੂੰ ਲੈ ਕੇ ਤਿੱਖਾ ਬਾਣ ਪ੍ਰੇਮ ਦਾ ਚੜਾ ਲੈ। ਇਸ ਪ੍ਰਕਾਰ ਨਿਮਰਤਾ ਰੂਪੀ ਚਿੱਲੇ ਵਿੱਚ ਨਾਮ ਪ੍ਰਭ ਧਿਆਈ ਜਿਹੜਾ ਵਾਹਿਗੁਰੂ ਦਾ ਪ੍ਰੇਮ ਨਾਲ ਨਾਮ ਧਿਆਉਣਾ ਹੈ, ਤੀਰ ਚੜਾਉਣਾ ਹੈ। ਹਰ ਹਾਂ ਮਹਾ ਵਿਖਾਦੀ ਘਾਟ ਹਰ ਹਾਂ ਹੇ ਸਖੀ ਜਿਹੜੇ ਮਹਾ ਵਿਸ਼ਿਆਂ ਦੇ ਅਵਨ ਕਰਨ ਵਾਲੇ ਬਖਈ ਪੁਰਖਾਂ ਨੂੰ ਖਾ ਜਾਣ ਵਾਲੇ ਹੈ, ਮਹਾ ਵਿਖਾਦੀ ਜਿਹੜੇ ਝਗੜਾਲੂ ਹਨ ਉਹ ਘਾਤ ਨਾਸ ਕਰ ਰਹੇ ਹਨ, ਉਹਨਾਂ ਦਾ ਘਾਤ ਮਾਰਨਾ। ਪੂਰਨ ਗੁਰ ਪਾਈਐ ਇਹ ਪੂਰਨ ਗੁਰਾਂ ਦੁਆਰਾ ਅੰਮ੍ਰਿਤ ਨਾਮ ਰੂਪੀ ਤੀਰ ਪਾਈਦਾ ਹੈ, ਇਹਦੇ ਨਾਲ ਇਹ ਮਰਦੇ ਹਨ। ਬਿਨਾਂ ਪ੍ਰੇਮ ਤੋਂ ਆਹ ਸਰਦੋ ਰੰਗ ਜਰਦੋ ਨੈਣ ਤਰ ਇਹ ਆਸ਼ਕਾਂ ਦੀਆਂ ਨਿਸ਼ਾਨੀਆਂ ਹੋਣ। 10 ਬੇਸਬਰ ਅਤੇ ਬੇਖਿਆਲ, ਇੰਤਜ਼ਾਰੀ, ਬੇਕਰਾਰੀ ਇਹੋ ਜਿਹੇ ਸੁਭਾਅ ਪੈਦਾ ਹੋਣ ਤਾਂ ਇਹ ਮਾਰੀ ਦੇ ਹਨ। ਪੂਰਨ ਗੁਰ ਪਾਈਐ ਪੂਰਨ ਗੁਰਾਂ ਤੋਂ ਇਹ ਦਾਤ ਪ੍ਰੇਮ ਦੇ ਤੀਰਾਂ ਦੀ ਪਾਈ ਦੀ ਹੈ। ਸਤਿਗੁਰ ਕੀਨੀ ਦਾਤ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਨਾਮ ਦੀ ਦਾਤ ਦੇਣਾ ਕੀਤੀ ਹੈ। ਮੂਲ ਨਾ ਨਿਖੁਟਈ ਉਹ ਮੂਲ ਉੱਕਾ ਹੀ ਨਿਖੁੱਟੀ ਮੁਕਦਾ ਨਹੀਂ। ਇਹ ਨਾਮ ਦਾ ਖਜ਼ਾਨਾ ਜਿਹੜਾ ਤੋਟ ਨਹੀਂ ਆਉਂਦੀ ਇਸ ਦੀ। ਖਾਵੋ ਪੁੰਚੋ ਸਭ ਆਗਿਆ ਕਰਦੇ ਆਪ ਖਾਵੋ ਧਾਰਨ ਕਰੋ ਪੁੰਚੋ ਸਾਰਿਆਂ ਸਵੰਨੀਆਂ ਦੇ ਤਾਈਂ ਆਮ ਖਾਸ ਦੇ ਤਾਈਂ ਭੁਗਤਾਉਣਾ ਕਰੋ। ਆਪ ਜਪੋ ਤੇ ਹੋਰਨਾਂ ਨੂੰ ਜਪਾਉਣਾ ਕਰੋ। ਆਪ ਸਰਵਣ ਕਰੋ ਹੋਰਨਾਂ ਨੂੰ ਸਰਵਣ ਕਰਾਓ, ਮੰਨਣ ਕਰਾਓ ਕਰੋ। ਗੁਰਮੁਖ ਛੁਟਈ ਇਸ ਪ੍ਰਕਾਰ ਜਿਹੜੇ ਗੁਰਮੁਖਾ ਗੁਰਾਂ ਦਾ ਛੁੱਟੇ ਮੁਕਤ ਨੂੰ ਪ੍ਰਾਪਤ ਹੁੰਦੇ ਹਨ। ਅੰਮ੍ਰਿਤ ਨਾਮ ਨਿਧਾਨ ਇਹ ਭਾਈ ਅੰਮ੍ਰਿਤ ਕਰਨ ਵਾਲਾ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਗੁਰਸਿੱਖੋ। ਦਿੱਤਾ ਤੁਸ ਹਰ ਜਿਨ੍ਹਾਂ ਦੇ ਤੇ ਤੁਸ ਪ੍ਰਸੰਨ ਹੋ ਕੇ ਹਰੀ ਅਕਾਲ ਪੁਰਖ ਨੂੰ ਦਿੱਤਾ ਹੈ ਉਹਨਾਂ ਨੇ ਪ੍ਰਾਪਤ ਕੀਤਾ ਹੈ। ਨਾਨਕ ਸਦਾ ਆਰਾਧ ਸਤਿਗੁਰੂ ਜੀ ਕਹਿੰਦੇ ਸਦਾ ਸਦਾ ਭਾਵਨਾ ਨਾਲ ਆਰਾਧਨਾ ਕਰੋ, ਯਾਦ ਕਰੋ ਵਾਹਿਗੁਰੂ ਨੂੰ। ਕਦੇ ਨਾ ਜਾਹੇ ਮਾਰ ਫਿਰ ਤੁਸੀਂ ਕਦੇ ਕਦੇ ਜੂਨਾ 'ਚ ਨਹੀਂ ਜਾਓਗੇ, ਨਾ ਮਰੋਗੇ। ਉਹ ਪਰਮੇਸ਼ਰ ਕਦੇ ਜਾਂਦਾ ਨਹੀਂ ਕਿਤੇ ਤੇ ਨਾ ਮਰਦਾ ਹੈ, ਮਰਨ ਜੰਮਣ ਤੋਂ ਰਹਿਤ ਹੈ। ਜਿੱਥੈ ਜਾਏ ਭਗਤ ਭਗਤ ਜਿਹੜੇ ਹਨ ਉਹ ਮਰਨ ਜੰਮਣ ਤੋਂ ਰਹਿਤ ਹਨ। ਜਿਸ ਲੋਕ 'ਚ ਵੀ ਉਹ ਚਲੇ ਜਾਣ ਸੋ ਥਾਨ ਸੁਹਾਵ ਉਹ ਥਾਂ ਸੋਭਨੀਕ ਹੋ ਜਾਂਦਾ ਜਿੱਥੇ ਬੈਠ ਕੇ ਮਹਾਰਾਜ ਦੇ ਗੁਣ ਗਾਉਂਦੇ ਹਨ। ਤਾਂ ਬਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੈ। ਸਗਲੇ ਹੋਏ ਸੁਖ ਸਾਰੇ ਉਹਨਾਂ ਨੂੰ ਸੁਖ ਹੀ ਸੁਖ ਹੋ ਜਾਂਦੇ ਹਨ। ਹਰ ਨਾਮ ਧਿਆਵਣ ਪਰਮੇਸ਼ਰ ਦਾ ਨਾਮ ਜਿਹਨਾਂ ਧਿਆਉਣਾ ਕੀਤਾ ਦੁੱਖ ਕਲੇਸ਼ ਕੋਈ ਰਹਿੰਦਾ ਨਹੀਂ, ਸਭ ਨਾਸ ਹੋ ਜਾਂਦੇ ਹਨ। ਕੀ ਕਰਨ ਜੈ ਕਾ ਸਾਰੇ ਜਿਗਿਆਸੂ ਸੁਖ ਦੇ ਸਹਿਤ ਹੋ ਜਾਂਦੇ ਜੋ ਨਾਮ ਨੂੰ ਧਿਆਉਣਾ ਕਰਦੇ ਹਨ। ਵਕੁੰਠ ਆਦਿ ਸਰਬ ਵਕੁੰਠ ਮੁਕਤ ਮੋਖ ਪਾਏ ਆਦਿ ਕੇ ਵੀ ਸਭ ਮੁਕਤੀਆਂ ਦੇ ਸੁਖ ਪ੍ਰਾਪਤ ਹੋ ਜਾਂਦੇ ਆ। ਕੀ ਕਰਨ ਜੈ ਕਾ ਸਾਰੇ ਜੀ ਉਹਨਾਂ ਪਿਆਰਾਂ ਦਾ ਜੈ ਜੈਕਾਰ ਕਰਦੇ ਆ ਮਹਾਂਪੁਰਖਾਂ ਦਾ। ਨਿੰਦਕ ਮੋਏ ਪਾਚ ਜਿਹੜੇ ਨਿੰਦਿਆ ਕਰਨ ਵਾਲੇ ਪੁਰਖਾਂ ਭੱਜ ਭੱਜ ਕੇ ਹੰਭ ਹੰਭ ਕੇ ਨਾਸ ਹੋ ਕੇ ਖਚਤ ਹੋ ਕੇ ਨਿੰਦਿਆ ਰੂਪੀ ਅੱਗ 'ਚ ਹੀ ਮਰ ਜਾਂਦੇ ਹਨ। ਸਾਜਨ ਮਨ ਆਨੰਦ ਜਿਹੜੇ ਸੱਜਣ ਮਹਾਤਮਾ ਹਨ ਜਿਗਿਆਸੂ ਉਹਨਾਂ ਦੇ ਮਨ 'ਚ ਆਨੰਦ ਹੁੰਦਾ ਹੈ। ਸੱਜਣ ਸੁਭ ਗੁਣਾਂ ਦੇ ਮਨ 'ਚ ਆਨੰਦ ਹੁੰਦਾ ਹੈ। ਨਾਨਕ ਨਾਮ ਜਪ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਨਾਮ ਜਪਦੇ ਹਨ ਪਾਵਨ ਪਤਿਤ ਪੁਨੀਤ ਇਹ ਭਾਈ ਪਾਵਨ ਮਹਾਰਾਜ ਦਾ ਨਾਮ ਹੈ ਜੋ ਪਤਿਤ ਪੁਰਖਾਂ ਨੂੰ ਪਾਪੀਆਂ ਪੁਰਖਾਂ ਨੂੰ ਪਵਿੱਤਰ ਕਰ ਦਿੰਦਾ ਹੈ। ਕਤਹਿ ਨਹੀਂ ਸੇਵੀ ਕਦੇ ਵੀ ਆਪਾਂ ਸੇਵਨ ਨਹੀਂ ਕਰਦੇ ਮਹਾਰਾਜ ਨਾਮ ਨੂੰ ਕਦੇ ਤਾਂ ਸੇਵਿਆ ਕਰੋ ਆਪਣੀ ਜ਼ਿੰਦਗੀ ਵਿੱਚ।
ਕਦੇ ਤਾਂ ਭਜਨ ਕਰੋ ਜਿਹੜਾ ਪਵਿੱਤਰ ਆਪ ਹੈ ਤੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਝੂਠੇ ਰੰਗ ਖੁਆਰ ਇਹ ਝੂਠੇ ਵਿਸ਼ਿਆਂ ਦੇ ਰੰਗ 'ਚ ਖਰਾਬ ਹੋ ਰਹੇ ਹੋ। ਕਹਾਂ ਲੱਗ ਖੇਵੀਐ ਜਿਹੜਾ ਵਿਸ਼ਿਆਂ ਦੇ ਭੋਗਣੇ ਕਰਕੇ ਦੁੱਖ ਹੋਵੇਗਾ, ਭੋਗੇ ਭੋਗ ਬਿਨ ਨਾਵਾ ਸੁਣਿਆ, ਹਰ ਕੀ ਭਗਤ ਦਾ ਮਨ ਮਾ ਰੁੰਨਿਆ। ਕਹਾਂ ਲੱਗ ਖੇਵੀਐ ਕਿੱਥੋਂ ਤੱਕ ਦੁੱਖ ਨਰਕ ਦੇ ਖੇਵੀਐ ਸਹਾਰੋਗੇ। ਦੁੱਖ ਨਹੀਂ ਸਹਾਰੇ ਜਾਣਗੇ, ਜੜ ਹੋ ਜਾਓਗੇ ਪੱਥਰ ਦੀ ਨਿਆਈ ਜੂਨਾਂ 'ਚ ਪੈ ਕੇ। ਸੋ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਇਹਦੇ 'ਚ ਵਿਰਾਗ ਧਾਰ ਕੇ ਪਰਮੇਸ਼ਰ ਦਾ ਭਜਨ ਕਰੋ। ਕਿੱਥੋਂ ਤੱਕ ਸਹਾਰਦੇ ਰਹੋਗੇ ਉਹਨਾਂ ਦੁੱਖਾਂ ਨੂੰ। ਹਰ ਚੰਦੌਰੀ ਪੇਖ ਹਰੀ ਚੰਦ ਦੀ ਨਗਰੀ ਨੂੰ ਵੇਖ ਕਰਕੇ, ਜਿਵੇਂ ਗੰਧਰਵਾ ਨਗਰੀ ਨੂੰ ਕੋਈ ਆਦਮੀ ਉਜਾੜ ਦੇ ਵਿੱਚ ਨਗਰ ਵਸਿਆ, ਰਾਤ ਨੂੰ ਚੰਦ ਦੀ ਚਾਨਣੀ 'ਚ ਪ੍ਰਤੀਤ ਹੋਵੇ, ਆਕਾਸ਼ 'ਚ ਪ੍ਰਤੀਤ ਹੋਵੇ ਬੱਦਲ ਦੀ ਨਿਆਈ। ਕਾਹੇ ਸੁਖ ਮਾਨਿਆ ਇਸ ਪ੍ਰਕਾਰ ਦਾ ਹੋਇਆ ਉਸ ਪਦਾਰਥ ਹੈ ਜਿਹੜੇ ਦਿਸ ਰਹੇ ਹੈ। ਮਿੱਥਿਆ ਪਦਾਰਥਾਂ ਵਿੱਚ ਕਿਉਂ ਸੁਖ ਮੰਨਿਆ ਹੈ। ਹਰ ਹਾਂ ਹਉ ਬਲਿਹਾਰੀ ਤੇ ਫਿਰ ਸਖੀ ਉਹਨਾਂ ਤੋਂ ਅਸੀਂ ਤਾਂ ਬਲਿਹਾਰ ਕੁਰਬਾਨ ਜਾਣੇ ਹਾਂ। ਕੀ ਦਰਗਹਿ ਜਾਣਿਆ ਜਿਹੜਿਆਂ ਨੇ ਦਰਗਾਹ ਸਤਸੰਗਤ ਦੁਆਰਾ ਪਰਮੇਸ਼ਰ ਨੂੰ ਜਾਣਿਆ, ਦਰ ਅੰਦਰ ਗਏ ਜਗ੍ਹਾ ਤੁਰਿਆ ਪਦ ਨੂੰ ਜਾਣਿਆ, ਜਿਹੜੇ ਦਰਗਾਹ ਸੱਚਖੰਡ ਜਾਣੇ ਗਏ ਹਨ। ਕੀਨੇ ਕਰਮ ਅਨੇਕ ਸਾਰੀ ਤੁਕ ਪੜ੍ਹਦੇ ਹੋ। ਗਵਾਰ ਵਿਕਾਰ ਕਹਨ ਘਣਿਆਂ ਵਿਕਾਰੀਆਂ ਆਦਮੀਆਂ ਨੇ ਅਨੇਕਾਂ ਜਨਮ ਵਿੱਚ ਕੀਨੇ ਕਰਮ ਅਨੇਕ, ਅਨੇਕਾਂ ਕਰਮਾਂ ਦੇ ਤਾਈਂ, ਨਿਖਿਧ ਕਰਮਾਂ ਦੇ ਤਾਈਂ, ਸਕਾਮ ਕਰਮਾਂ ਦੇ ਤਾਈਂ, ਅਨੇਕਾਂ ਘਣਿਆਂ ਗਿਆਨੀਆਂ ਨੇ ਅਨੇਕਾਂ ਕਰਮਾਂ ਦੇ ਤਾਈਂ ਕੀਤਾ ਹੈ। ਗਵਾਰ ਸਮਝਾਂ ਮਹਾ ਦੁਰਗੰਧਤ ਵਾਸ ਅਤੇ ਮਹਾ ਦੁਰਗੰਧੀ ਵਾਲੇ ਜਿਹੜੇ ਵਿਸ਼ੇ ਹੈ ਉਹਨਾਂ ਦੀ ਵਾਸ਼ਨਾ ਲੈ ਕੇ ਬਸਦੇ ਆ ਹਰ ਵਕਤ। ਸਠ ਕਾ ਸ਼ਾਰ ਤਨ 60 ਮੂਰਖ ਦਾ ਸਰੀਰ ਵਿਸ਼ਿਆਂ 'ਚ ਸਵਾਹ ਹੁੰਦਾ ਜਾਂਦਾ ਹੈ, ਲਾਣਤਾਂ ਪੈਂਦੀਆਂ ਹਨ। ਫਿਰ ਤੋਂ ਗਰਭ ਗੁਵਾ ਅਜੇ ਵੀ ਕਹਿੰਦੇ ਗਰਭ ਹੰਕਾਰ ਦੇ ਗਵਾਰ ਅੰਧੇਰੇ 'ਚ ਤੁਰਿਆ ਫਿਰਦਾ ਹੈ। ਐਸਾ ਗਰਬੀ ਆਦਮੀ ਹੈ, ਅਗਿਆਨ ਦਾ ਹਨੇਰਾ ਪਿਆ ਹੋਇਆ ਇਹਦੇ ਹਨੇਰੇ 'ਚ ਤੁਰਿਆ ਫਿਰਦਾ, ਗਾਫਲ ਹੋਇਆ। ਮਰਨ ਨਹਿ ਜਾਣੇ ਆਪਣੀ ਮੌਤ ਨੂੰ ਕੋਈ ਜਾਣਦਾ ਨਹੀਂ ਹੈ। ਹਰ ਹਾਂ ਹਰ ਚੰਦੌਰੀ ਪੇ ਹਰ ਹਾਂ ਹੈ ਸਖੀ ਹਰੀ ਚੰਦ ਦੀ ਨਗਰੀ, ਜਿਵੇਂ ਅਣਹੋਈ ਕਿਸੇ ਨੇ ਸੌਦਾ ਨਹੀਂ ਖਰੀਦਿਆ, ਇਉਂ ਜਗਤ ਨੂੰ ਸੱਚਾ ਮੰਨ ਕੇ ਵੇਖ ਕੇ ਕਾਹੇ ਸੱਚ ਮਾਨੇ ਇਸ ਵਾਸਤੇ ਸੱਚ ਮੰਨੀ ਬੈਠੇ ਹੋ, ਸੱਚਾ ਨਹੀਂ ਹੈ ਇਹ। ਜਿਸ ਕੀ ਪੂਜੈ ਔਦ ਵੇਖੋ ਜਿਸ ਦੀ ਉਮਰ ਪੂਰੀ ਹੋ ਜਾਵੇ ਤਿਸੈ ਕੌਣ ਰਾਖੈ ਉਹਨੂੰ ਕੌਣ ਰੱਖ ਸਕਦਾ, ਕੋਈ ਵੀ ਰੱਖਣ ਨੂੰ ਸਮਰੱਥ ਨਹੀਂ ਹੈ। ਵੈਦਿਕ ਅਨਕ ਉਪਾਅ ਵੈਦਕਾਂ ਨੇ ਅਨੇਕ ਪ੍ਰਕਾਰ ਦੇ ਚਿਕਿਤਸੇ ਬਣਾਏ ਹੈ, ਪੁਸਤਕ ਬਣਾਏ ਹੈ, ਦਵਾਈਆਂ ਬਣਾਈਆਂ, ਅਨੇਕ ਤਰ੍ਹਾਂ ਦੇ ਯਤਨ ਦੱਸੇ ਹੋਏ ਹਨ। ਕਹਾਂ ਲੋ ਭਾਖੈ ਉਹ ਚਿਕਿਤਸਾ ਵਾਲੇ ਗ੍ਰੰਥਾਂ 'ਚ ਜੋ ਵੈਦਿਕ ਦੇ ਗ੍ਰੰਥਾਂ ਨੂੰ ਉਹਨਾਂ 'ਚ ਅਨੇਕ ਪ੍ਰਕਾਰ ਦੇ ਉਪਾਅ ਕਿੱਥੋਂ ਤੱਕ ਹੀ ਜਾਣਗੇ। ਜਿਹਦੀ ਉਮਰ ਹੋ ਗਈ ਪੂਰੀ ਉਹਨੂੰ ਰੱਖ ਨਹੀਂ ਸਕਣਗੇ। ਸਾਰੀਆਂ ਦਵਾਈਆਂ ਉੱਥੇ ਪਈਆਂ ਹੀ ਰਹਿ ਜਾਣਗੀਆਂ, ਮੂੰਹ 'ਚ ਪੁੜੀਆਂ ਲੱਭੀਆਂ ਹੀ ਰਹਿ ਜਾਣਗੀਆਂ। ਏਕੋ ਚੇਤ ਗਵਾਰ ਇਹ ਗਵਾਰ ਬਸਮਝ ਇੱਕ ਅਕਾਲ ਪੁਰਖ ਨੂੰ ਚੇਤੇ ਕਰ। ਕਾਜ ਤੇਰੇ ਤੇਰੇ ਅੰਤ ਦੇ ਸਮੇਂ ਮਹਾਰਾਜ ਦਾ ਨਾਮ ਹੀ ਕੰਮ ਆਵੇਗਾ। ਹਰ ਹਾਂ ਬਿਨ ਨਾਵੇ ਤਨ ਸ਼ਾਰ ਹੇ ਸਖੀ ਸੱਚੇ ਪਾਤਸ਼ਾਹ ਦੇ ਨਾਮ ਤੋਂ ਉਹਨਾਂ ਲਾਣਤਾਂ ਦੇ ਨਾਲ ਸਰੀਰ ਸਵਾਹ ਹੋ ਰਿਹਾ ਹੈ, ਵਿਸ਼ਿਆਂ ਦੇ ਭੋਗਣ 'ਚ ਖਾਕ ਉੱਡਦੀ ਹੈ। ਬਿਰਥਾ ਸਭ ਜਾਵੇ ਇਹ ਜਨਮ ਸਾਰਾ ਵਿਅਰਥ ਨਿਸਫਲ ਜਾਵੇਗਾ। ਔਖਦ ਨਾਮ ਅਪਾਰ ਇਹ ਪਰਮੇਸ਼ਰ ਦਾ ਨਾਮ ਹੀ ਦਵਾਈ ਹੈ, ਅਪਾਰ ਸਰੂਪ ਦੀ ਪ੍ਰਾਪਤੀ ਵਾਲੀ, ਪਾਰਾਵਾਰ ਤੋਂ ਰਹਿਤ। ਅਮੋਲਕ ਪੀਜਈ ਅਮੋਲਕ ਨਾਮ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕਰਕੇ ਪੀਜੀ ਪੀਣਾ ਕਰੀਏ ਨਾਮ ਅੰਮ੍ਰਿਤ ਨੂੰ। ਮਿਲ ਮਿਲ ਖਾਵਹਿ ਸੰਤ ਮਿਲ ਮਿਲ ਕੇ ਸੰਤ ਸਰਵਣ ਕਰਦੇ ਆ, ਮੰਨਣ ਕਰਦੇ ਆ, ਇਹ ਖਾਣਾ ਕਰਦੇ ਹਨ। ਸਗਲ ਕਉ ਦੀਜਈ ਸਾਰੇ ਅਧਿਕਾਰੀਆਂ ਨੂੰ ਵੀ ਵਰਤਾਉਂਦੇ ਹਨ, ਦਿੰਦੇ ਹਨ। ਜਿਵੇਂ ਆਪ ਲਾਂਗਰੀ ਸਿੰਘ ਗੁਰੂ ਕੇ ਲੰਗਰ 'ਚ ਪ੍ਰਸ਼ਾਦ ਛਕਦੇ ਆ ਤੇ ਵਰਤਾਉਂਦੇ ਆ, ਇਉਂ ਗੁਰਸਿੱਖ ਆਪ ਜਪਦੇ ਆ, ਹੋਰਨਾਂ ਨੂੰ ਜਪਾਉਂਦੇ ਆ। ਜਦ ਨਾਨਕ ਧੂੜ ਮੰਗਾ ਤੇ ਗੁਰ ਸਿੱਖੀ ਜੋ ਆਪ ਜਪਿਆ ਅਵਰਾ ਨਾਮ ਜਪਾਵੈ। ਜਿਸੈ ਪ੍ਰਾਪਤ ਹੋ ਜਿਨ੍ਹਾਂ ਨੂੰ ਇਹ ਸਤਿਗੁਰਾਂ ਦੁਆਰਾ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਤਿਸੈ ਹੀ ਪਾਵਣੇ ਉਹਨਾਂ ਨੇ ਭਾਈ ਆਤਮ ਆਨੰਦ ਨੂੰ ਪਾਉਣਾ ਕੀਤਾ ਹੈ। ਅੱਗੇ ਵੀ ਜੀਵਨ ਮੁਕਤੀ ਨੂੰ ਉਹਨਾਂ ਨੇ ਪਾਉਣਾ ਹੈ। ਹਰ ਹਾਂ ਹਉ
ਬਲਿਹਾਰੀ ਤੇ ਹਰ ਹਾਂ ਹੈ ਸਖੀ ਉਹਨਾਂ ਪਿਆਰਿਆਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਣੇ ਹਾਂ ਜੀ ਹਰ ਰੰਗ ਰਾਵਣ ਜਿਹੜੇ ਹਰੀ ਦੇ ਰੰਗ ਆਨੰਦ ਨੂੰ ਰਾਵਣੇ ਮਾਨਣਾ ਕਰਦੇ ਹਨ ਜੋ ਰਾਉਣਗੇ ਅੱਗੇ ਵਾਸਤੇ ਆਨੰਦ ਵੈਦਾ ਸੰਦਾ ਸੰਗ ਜਿਸ ਪ੍ਰਕਾਰ ਹਕੀਮ ਆਦਮੀ ਰੋਗੀ ਨੂੰ ਵੇਖ ਕੇ ਉੱਥੇ ਇਕੱਠੇ ਹੋ ਜਾਂਦੇ ਆ ਰਾਏ ਮਿਲਾਉਣ ਵਾਸਤੇ ਜਿਵੇਂ ਡਾਕਟਰ ਕਈ ਕਿਸੇ ਰੋਗ ਅਸਾਧ ਨੂੰ ਵੇਖ ਕੇ ਤਕੜੇ ਹੋ ਕੇ ਲੱਗਦੇ ਆ ਸੋਚਦੇ ਹੈ ਇਕੱਠਾ ਹੋਇਆ ਉਹ ਸਾਰੇ ਇਕੱਠੇ ਹੋ ਜਾਂਦੇ ਵੈਦਾਂ ਦਾ ਸਮੁਦਾਇ ਜਿੰਨਾ ਹੈ ਔਖਦ ਆਈ ਰਾਤ ਉਹ ਦਵਾਈਆਂ ਰਾਸ ਆ ਜਾਂਦੀਆਂ ਹਨ ਵਿੱਚ ਆਪ ਖਲੋ ਜਿਨ੍ਹਾਂ ਦਵਾਈਆਂ 'ਚ ਸੱਤਾ ਦੇਣ ਵਾਸਤੇ ਪਰਮੇਸ਼ਰ ਆਪ ਇਸਤਤ ਹੋ ਜਾਵੇ ਉਹ ਦਵਾਈਆਂ ਕਰਕੇ ਆਦਮੀ ਰਾਜੀ ਹੋ ਜਾਂਦੇ ਆ ਰੋਗੀ ਜੋ ਜੋ ਉਹਨਾਂ ਕਰਮ ਇਸੇ ਪ੍ਰਕਾਰ ਸਾਧ ਸੰਗੀ ਵੈਦ ਕੌਣ ਹੈ ਸੰਤ ਭਗਤ ਜਿਹੜੇ ਮਹਾਰਾਜ ਦੇ ਪਿਆਰੇ ਹੈ ਉਹਨਾਂ ਦਾ ਸੰਗ ਇਕੱਠਾ ਹੋਇਆ ਸਤਸੰਗ ਤੇ ਜੁੜੀ ਹੋਈ ਹੈ ਔਖਦ ਆਈ ਰਾਤ ਉਹਨਾਂ ਮਹਾਤਮਾ ਦੀ ਕਰਮ ਰੂਪੀ ਦਵਾਈ ਜਾਂ ਉਪਾਸ਼ਨਾ ਰੂਪੀ ਦਵਾਈ ਜਾਂ ਗਿਆਨ ਰੂਪੀ ਦਵਾਈ ਉਹ ਰਾਸ ਆਈ ਹੈ ਵਿੱਚ ਆਪ ਖਲੋ ਜਿਨ੍ਹਾਂ ਦੇ ਹਿਰਦੇ 'ਚ ਨਿਸ਼ਚਾ ਦੇ ਕੇ ਆਪ ਇਸਤਤ ਹੋਇਆ ਪਰਮੇਸ਼ਰ ਉਹ ਸਭ ਰਾਜੀ ਹੋ ਗਏ ਜੋ ਜੋ ਉਹਨਾਂ ਕਰਮ ਜਿਹੜਾ ਉਹਦਾ ਸਮਾਨ ਕਰਮ ਵੀ ਸੀ ਨਾ ਸਹੀਜੇ ਕਰਮ ਹੋਏ ਪਸਰਿਆ ਉਹ ਸ੍ਰੇਸ਼ਟ ਕਰਮ ਹੋ ਕੇ ਫੈਲ ਗਿਆ ਮਹਾਰਾਜ ਸਾਹਿਬ ਜੀ ਨੇ ਪ੍ਰਭੂ ਅੰਤਰਜਾਮੀ ਨੇ ਉਹਨਾਂ ਦੇ ਸਮਾਨ ਕਰਮਾਂ ਨੂੰ ਵਿਸ਼ੇਸ਼ ਕਰਮ ਨਿਸ਼ਕਾਮ ਕਰਮ ਰੂਪ ਕਰਕੇ ਉਹਨਾਂ ਦਾ ਜਸ ਫੈਲਾ ਦਿੱਤਾ ਹੈ ਜਿਹੜਾ ਉਹਨਾਂ ਦਾ ਸੁਤੇ ਸਿੱਧ ਵੀ ਕਰਮ ਸੀ ਉਹ ਸੁਕਰਮ ਸ੍ਰੇਸ਼ਟ ਕਰਮ ਜੀਆਂ ਦੀ ਕਲਿਆਣ ਕਰਨ ਵਾਲਾ ਹੋ ਕੇ ਫੈਲ ਗਿਆ ਹੈ ਹਰ ਹਾਂ ਦੁਖ ਰੋਗ ਸਭ ਪਾਪ ਇਹ ਸਖੀ ਉਹਨਾਂ ਦੇ ਦੁੱਖ ਜੰਮਣ ਮਰਨ ਦੇ ਰੋਗ ਹੰਕਾਰ ਆਦਿਕ ਦੇ ਅਗਿਆਨ ਆਦਿਕਾਂ ਦੇ ਪਾਪ ਆਦਿਕ ਤਨ ਤੇ ਖਿਸਰਿਆ ਸਾਰੇ ਉਹਨਾਂ ਦੇ ਤਨ ਮਨ ਸਰੀਰ ਤੋਂ ਖਿਸਕ ਗਏ ਹਨ ਨਿਵਰਤ ਕਰਦੇ ਮਹਾਰਾਜ ਨੂੰ ਮੁਕਤ ਹੋ ਗਏ ਇਉਂ ਇਹ 23 ਸਾਧ ਸੰਗਤ ਜੀ ਪੌੜੀਆਂ ਵਾਲੀ ਬਾਣੀ ਮੌ ਨਗਰ ਦੇ ਅੰਦਰ ਮਾਤਾ ਗੰਗਾ ਜੀ ਦੀ ਭੈਣ ਜਿਹੜੀ ਹਰਹਾਂ ਸੀ ਉਹਦੇ ਪ੍ਰਥਾਨ ਛੰਦ ਕਹਿਣ ਤੋਂ ਹਜੂਰ ਨੇ ਨਿਹਾਲ ਕੀਤਾ ਸੀ ਮੌ ਪਿੰਡ ਸਤਿਗੁਰਾਂ ਦੀ ਪਰਖ ਕਰਨ ਵਾਸਤੇ ਕੀਲਾ ਪਟਾਇਆ ਸੀ ਉੱਥੋਂ ਉਜੜ ਕੇ ਉਹ ਦੂਏ ਥਾਂ ਵਸਿਆ ਹੋਇਆ ਹੈ ਗੁਰਦੁਆਰਾ ਸਾਹਿਬ ਬਾਹਰ ਮੀਲ ਤੇ ਬਾਹਰ ਹੈ ਨਗਰ ਪਾਸੇ ਹੋ ਕੇ ਵਸਿਆ ਜੇ ਨਾ ਕਰਾਮਾਤ ਪਰਖਦੇ ਮਹਾਰਾਜ ਸਾਹਿਬ ਬਚਨ ਨਹੀਂ ਸੀ ਕਰਦੇ ਇਹ ਉਹਨਾਂ ਦੇ ਕਰਾਮਾਤ ਪਰਖਣ ਤੋਂ ਕਾਰਨ ਵਰਤਿਆ ਸੀ।